ਜੀ ਦੋਸਤੋ, ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਹਰਜਿੰਦਰ ਗਿੱਲ ਸ਼ੋ ਟਰੱਕਿੰਗ ਪਲਸ ਇਸ ਵੇਲੇ ਹੁਣ ਸਾਡਾ ਪ੍ਰੋਗਰਾਮ ਚੱਲ ਰਿਹਾ। 4:15 ਹੋ ਗਏ ਨੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰ ਰਹੇ ਹਾਂ ਅਤੇ ਸਤਪਾਲ ਜੌਲ ਸਾਹਿਬ ਦੇ ਨਾਲ ਕੁਛ ਮਿੰਟ ਲਈ ਅਜੇ ਅਸੀਂ ਹੋਰ ਗੱਲਬਾਤ ਕਰਨੀ ਹੈ। ਜੌਲ ਸਾਹਿਬ, ਇੱਕ ਵਾਰੀ ਫਿਰ ਜੀ ਆਇਆਂ ਜੀ ਸਾਡੇ ਬ੍ਰੇਕ ਤੋਂ ਬਾਅਦ ਸਮੇਂ 'ਚ। ਥੈਂਕ ਯੂ ਜੀ ਗਿੱਲ ਸਾਹਿਬ, ਬਹੁਤ ਮਿਹਰਬਾਨੀ। ਸੋ ਧੰਨਵਾਦ ਕਰਦੇ ਹਾਂ, ਤੁਸੀਂ ਸਮਾਂ ਥੋੜ੍ਹਾ ਜਿਹਾ ਐਕਸਟੈਂਡ ਕਰਨ ਲਈ ਸਾਨੂੰ ਅਲਾਓ ਕੀਤਾ। ਮੈਨੂੰ ਪਤਾ ਬਿਜ਼ੀ ਸਕੈਜੂਲ ਹੁੰਦੇ ਆ, ਪਰ ਜਿਹੜੀ ਗੱਲਬਾਤ ਸਾਡੀ ਚੱਲੀ ਸੀ ਵੀ ਬਾਤ ਨਿਕਲੇਗੀ ਤਾਂ ਦੂਰ ਤੱਕ ਜਾਏਗੀ, ਉਹ ਸੱਚਮੁੱਚ ਦੂਰ ਤੱਕ ਜਾ ਰਹੀ ਹੈ। ਕਿਉਂਕਿ ਜਿਹੜਾ ਇਲੈਕਟਡ ਅਫੀਸ਼ੀਅਲ ਹੈ ਗਿੱਲ ਸਾਹਿਬ ਵੀ ਉਹਦਾ ਸਾਰਾ ਸਮਾਂ ਭੈਣ ਭਰਾਵਾਂ ਦਾ ਹੁੰਦਾ ਜੀ। ਹਾਂਜੀ। ਸੋ ਇਸ ਕਰਕੇ ਮੈਂ ਇਹ ਖੁੱਲ੍ਹੇ ਮਨ ਨਾਲ ਹੀ ਹੁੰਦਾ ਕਿ ਜਦੋਂ ਕਿਸੇ ਭੈਣ ਭਰਾ ਨੇ ਕੋਈ ਗੱਲਬਾਤ ਸ਼ੁਰੂ ਕੀਤੀ ਹੈ, ਭਾਵੇਂ ਕੋਈ ਕਿਤੇ ਮਿਲੇ ਨੇ, ਉਹਨਾਂ ਨੇ ਕੋਈ ਈਮੇਲ ਭੇਜਿਆ, ਕੋਈ ਫੋਨ ਹੈ, ਪੂਰੀ ਕਨਵਰਸੇਸ਼ਨ ਉਹਨਾਂ ਦੀ ਧਿਆਨ ਨਾਲ ਸੁਣੀ ਜਾਂਦੀ ਹੈ। ਇਸੇ ਤਰ੍ਹਾਂ ਮੀਡੀਆ ਵਾਸਤੇ ਵੀ ਮੈਂ ਜੀ ਵੀ ਆਪਣੇ ਵੱਲੋਂ ਖੁੱਲ੍ਹਾ ਮਨ ਰੱਖਿਆ ਹੋਇਆ ਵੀ ਜਦੋਂ ਤੁਸੀਂ, ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਮੈਨੂੰ ਆਹ ਸਵਾਲ ਪੁੱਛਿਓ, ਆਹ ਨਾ ਪੁੱਛਿਓ। ਨਾ ਮੈਂ ਕਦੀ ਆਹ ਕਹਿੰਦਾ ਵੀ ਆਹ ਕਾਲ ਲੈਣੀ, ਆਹ ਨਹੀਂ ਕਾਲ ਲੈਣੀ, ਵੀ ਕੋਈ ਕਾਲ ਨਹੀਂ ਲੈਣੀ। ਜੇ ਮੈਂ ਇਲੈਕਸ਼ਨ ਤੋਂ ਪਹਿਲਾਂ ਕਾਲਸ ਲੈਣ ਨੂੰ ਖੁੱਲ੍ਹਾ ਸੀ ਤੇ ਉਹ ਮੈਂ ਅੱਜ ਵੀ ਮਨ ਆਪਣਾ ਖੁੱਲ੍ਹਾ ਹੀ ਰੱਖਣਾ ਹੈ। ਬਿਲਕੁਲ। ਜਿੰਨਾ ਚਿਰ ਮੈਂ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਰਹਾਂਗਾ, ਕਿਸੇ ਤਰ੍ਹਾਂ ਦੀ ਇਹ ਪਾਬੰਦੀ ਮੇਰੇ ਵੱਲੋਂ ਹੋਵੇਗੀ ਨਹੀਂ, ਕਿਉਂਕਿ ਮੇਰਾ ਜਿਹੜਾ ਕੰਮ ਹੈ ਨਾ ਜੀ, ਇਹ 24 ਘੰਟੇ ਦਾ ਮੈਂ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਹੈ। ਇਸ ਕਰਕੇ ਮੇਰੇ ਕੋਲ ਲੁਕਾਉਣ ਨੂੰ ਕੁਛ ਹੈ ਹੀ ਨਹੀਂ ਵੀ ਮੈਂ ਭੈਣ ਭਰਾਵਾਂ ਦੇ ਫੋਨ ਕਾਲ ਨਾ ਸੁਣਾ, ਮੈਂ ਉਹਨਾਂ ਨੂੰ ਕਹਾਂ ਮੈਨੂੰ ਆਹ ਸਵਾਲ ਨਾ ਪੁੱਛਿਓ। ਮੈਨੂੰ ਭੈਣ ਭਰਾਓ ਤੁਸੀਂ ਸਭ ਕੁਛ ਪੁੱਛਿਆ ਕਰੋ, ਮੈਨੂੰ ਸਾਰੇ ਜਾਣੇ ਕਾਲ ਕਰ ਲਿਆ ਕਰੋ, ਕਿਉਂਕਿ ਮੇਰੇ ਕੰਮ 'ਚ ਕੋਈ ਓਹਲਾ ਨਹੀਂ ਹੈ। ਬਿਲਕੁਲ। ਮੈਂ ਨਿਸ਼ਕਾਮ ਤੌਰ 'ਤੇ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਹਾਂ। ਸੋ ਸਕੂਲ ਬੋਰਡ ਟਰਸਟੀ ਨੇ ਜੀ ਵਾਰਡ 9 ਅਤੇ 10 ਬਰੈਂਪਟਨ ਤੋਂ ਸਤਪਾਲ ਜੌਲ ਹੋਰੀ ਔਰ ਬਹੁਤ ਬਾਖੂਬੀ ਆਪਣੀ ਇਸ ਵੇਲੇ ਜਦੋਂ ਆਪਾਂ ਸਰਵਿਸ ਦੀ ਗੱਲ ਕਰਦੇ ਹਾਂ, ਸੇਵਾ ਦੀ, ਤਾਂ ਨਿਭਾ ਰਹੇ ਨੇ। ਔਰ ਜਿੱਥੇ ਅਫਕੋਰਸ ਇਹ ਰਿਸਪੋਂਸੀਬਿਲਿਟੀ ਵੀ ਹੈ, ਡਿਊਟੀ ਵੀ ਹੈ, ਉੱਥੇ ਮੈਂ ਤੁਹਾਡੇ ਬਾਰੇ ਤਾਂ ਇਹੀ ਗੱਲ ਕਰਦਾ ਹੁੰਦਾ ਕਿ ਤੁਸੀਂ ਚੁਣੇ ਜਾਣ ਤੋਂ ਪਹਿਲਾਂ ਹੀ ਬਹੁਤ ਕੁਛ ਕਰਦੇ ਰਹੇ ਹੋ। ਸੋ ਉਸੇ ਪਿਰਤ ਨੂੰ ਹੀ ਤੁਸੀਂ ਅੱਗੇ ਤੋਰ ਰਹੇ ਹੋ ਔਰ ਇੱਕ ਹੁਣ ਅਫੀਸ਼ੀਅਲ ਸਰਟੀਫਾਈਡ ਤਰੀਕੇ ਦੇ ਨਾਲ ਤੁਸੀਂ ਉੱਥੇ ਬੋਲਣ ਦੇ ਲਈ ਆਪਣੇ ਆਪ ਨੂੰ ਅੱਗੇ ਲੈ ਕੇ ਜਾਂਦੇ ਹੋ। ਅਤੇ ਉੱਥੇ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੇ, ਜਿਹੜੀਆਂ ਤੁਸੀਂ ਪਹਿਲਾਂ ਮੀਡੀਆ ਦੇ ਵਿੱਚ ਹੁੰਦਿਆਂ ਹੋਇਆ ਨੋਟਿਸ ਕੀਤੀਆਂ ਹੋਣਗੀਆਂ, ਉਹਨਾਂ ਦੇ ਉੱਤੇ ਹੁਣ ਇੰਪਲੀਮੈਂਟ ਕਰਾਉਣ ਲਈ, ਉਹਨਾਂ ਨੂੰ ਠੀਕ ਕਰਾਉਣ ਲਈ, ਉਹਨਾਂ 'ਤੇ ਕੰਮ ਕਰਨ ਦੇ ਲਈ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਹੁਣ ਅਜੇ ਤਾਂ ਸਿਰਫ 7-8 ਮਹੀਨੇ ਨਿਕਲੇ ਨੇ, ਅਤੇ ਬਾਕੀ ਦੀ ਜਿੰਨੀ ਟਰਮ ਤੁਹਾਡੀ ਬਾਕੀ ਬਚੀ ਹੈ ਉਹਨੂੰ ਬਹੁਤ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਇਸਤੇਮਾਲ ਕਰੋਗੇ। ਦੇਖੋ ਜੀ, ਮੈਂ ਤਸੱਲੀ ਨਾਲ ਕਹਿ ਸਕਦਾ ਕਿ ਬਹੁਤ ਸ਼ਾਨਦਾਰ ਤਸੱਲੀ ਨਾਲ ਸੰਦਲੀ ਪੈੜਾਂ ਛੱਡ ਕੇ ਜਾਵਾਂਗਾ। ਵੈਰੀ ਗੁੱਡ ਸਰ। ਅਤੇ ਇਹ ਮੈਂ ਨਾਲ ਕਹਿ ਦਿਆਂ ਕਿ ਜ਼ਰੂਰੀ ਨਹੀਂ ਗਾ ਵੀ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਜਾ ਕੇ, ਤੁਹਾਨੂੰ ਵਿਧਾਨ ਸਭਾ 'ਚ ਜਾ ਕੇ, ਤੁਹਾਨੂੰ ਸਕੂਲ ਬੋਰਡ 'ਚ ਜਾ ਕੇ ਕੋਈ ਬਹੁਤ ਲੰਬੇ ਲੈਕਚਰ ਝਾੜਨ ਦੀ ਲੋੜ ਆ, ਕੋਈ ਬਹੁਤ ਬੋਰਡ ਦੇ ਵਿੱਚ ਬੈਠ ਕੇ ਤੁਹਾਨੂੰ ਕੋਈ ਤਕਰੀਰਾਂ ਕਰਨ ਦੀ ਲੋੜ ਹੈ। ਸਿਰਫ ਤੁਹਾਡਾ ਕੰਮ ਜਿਹੜਾ ਉਹ ਫੋਕਸਡ ਰੂਪ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਮੱਸਿਆ ਕੀ ਆ ਅਤੇ ਇਹਦਾ ਸੋਲੂਸ਼ਨ ਕਿੱਥੇ ਆ। ਬਿਨਾਂ ਬੋਲਿਆਂ ਤੁਸੀਂ ਬਹੁਤ ਕੁਛ ਕਰ ਸਕਦੇ ਹੋ ਜੇ ਤੁਹਾਨੂੰ ਤਕਨੀਕ ਆਉਂਦੀ ਆ ਵੀ ਸਮੱਸਿਆ ਕੀ ਆ ਅਤੇ ਇਹਦਾ ਹੱਲ ਕਿੱਥੇ ਆ। ਸੋ ਇਸ ਕਰਕੇ ਅੱਜ ਉਹ ਸਮਾਂ ਨਹੀਂ ਰਹਿ ਗਿਆ ਜਿਹੜਾ ਪਹਿਲਾਂ ਸੀਗਾ ਵੀ ਉੱਥੇ ਜੀ ਅੰਗਰੇਜ਼ੀਆਂ ਚਾਹੀਦੀਆਂ, ਉੱਥੇ ਜੀ ਫਰਾਟੇਦਾਰ ਹੋਣਾ ਚਾਹੀਦਾ। ਮੇਰੀ ਗੱਲ ਸੁਣੋ ਵੀ ਜਿਸ ਤਰ੍ਹਾਂ ਕੋਈ ਕੈਨੇਡੀਅਨ ਬੋਰਨ ਬੰਦਾ ਸਾਡੇ ਵਾਂਗੂ ਪੰਜਾਬੀ ਨਹੀਂ ਬੋਲ ਸਕੂਗਾ, ਇੱਦਾਂ ਹੀ ਵਿਦੇਸ਼ਾਂ ਤੋਂ ਆਇਆ ਕੋਈ ਭੈਣ ਭਰਾ ਪੜ੍ਹ ਲਿਖ ਕੇ ਜਿਹੜਾ ਉਹ ਕੈਨੇਡੀਅਨ ਬੋਰਨ ਵਾਂਗੂ ਕਦੀ ਅੰਗਰੇਜ਼ੀ ਨਹੀਂ ਬੋਲ ਸਕੇਗਾ। ਐਕਸੈਂਟ ਦਾ ਫਰਕ ਰਹੇਗਾ। ਪਰ ਅਸੀਂ ਜਿਹੜੇ ਡਬਲ MA ਕਰਕੇ ਆਏ ਹੋਏ ਹੈ, 2 ਵਾਰੀ ਅੰਗਰੇਜ਼ੀਆਂ ਦੇ ਟੈਸਟ ਪਾਸ ਕੰਪੀਟੈਂਸੀ ਦੇ ਕੀਤੇ ਆ, ਅਤੇ ਹੋ ਸਕਦਾ ਬਹੁਤ ਸਾਰੇ ਕੈਨੇਡੀਅਨ ਬੋਰਨ 12 ਪੜ੍ਹੇ ਕੈਨੇਡੀਅਨ ਭੈਣ ਭਰਾਵਾਂ ਨਾਲ ਸਾਡੀ ਅੰਗਰੇਜ਼ੀ ਚੰਗੀ ਹੀ ਹੋਵੇ। ਸੋ ਇਸ ਕਰਕੇ ਐਕਸੈਂਟ ਦੇ ਫਰਕ ਨਾਲ ਅਸੀਂ ਆਪਣੇ ਆਪ ਦੇ ਵਿੱਚ ਆਪੇ ਹੀ ਕੰਪਲੈਕਸ ਲੈ ਆਉਂਦੇ ਹਾਂ ਵੀ ਉੱਥੇ ਕੋਈ ਫਰਾਟੇਦਾਰੀ ਦੀ ਲੋੜ ਹੈ। ਇਹ ਕੈਨੇਡੀਅਨ ਸਿਸਟਮ ਦੇ ਵਿੱਚ ਇਹਨਾਂ ਨੇ ਕੋਈ ਫਰਾਟੇਦਾਰ ਗੱਲ ਰੱਖੀ ਨਹੀਂ ਸੀ, ਇਸੇ ਕਰਕੇ ਜਿਹਨੂੰ ਨਹੀਂ ਆਉਂਦੀ ਅੰਗਰੇਜ਼ੀ ਉਹਨੂੰ ਇਹ ਇੰਟਰਪ੍ਰੇਟਰ ਦਿੰਦੇ ਨੇ। ਆਪਾਂ ਕਦੀ ਪੰਜਾਬ ਸੁਣਿਆ ਸੀ ਵੀ ਇੰਟਰਪ੍ਰੇਟਰ ਕੌਣ ਹੁੰਦਾ? ਸੋ ਵੀ ਇਹ ਦਿੰਦੇ ਨੇ ਵੀ ਹਰ ਭੈਣ ਭਰਾਵਾਂ ਦਾ ਇਹ ਆਈਡੀਆ ਜਾਣਨਾ ਚਾਹੁੰਦੇ ਨੇ ਵੀ ਜੇ ਭਈ ਆਹ ਸਮੱਸਿਆ ਆ ਅਤੇ ਇਹਨੂੰ ਹੱਲ ਕਰਨ ਲਈ ਆਈਡੀਆ ਕੀ ਆ। ਉਹ ਭਾਵੇਂ ਤੁਸੀਂ ਇਸ਼ਾਰਿਆਂ ਨਾਲ ਸਮਝਾ ਦਿਓ। ਹੁਣ ਪਾਰਲੀਮੈਂਟ ਦੇ ਵਿੱਚ ਵੀ ਜੇ ਜਾ ਕੇ ਬੋਲਣਾ ਤਾਂ ਜ਼ਰੂਰੀ ਨਹੀਂ ਕਿ ਫਰਾਟੇਦਾਰ ਹੈ ਜਾਂ ਬਹੁਤ ਕੁਝ ਬੋਲਣ ਦੀ ਲੋੜ ਨਹੀਂ, ਪਰ ਜੇ ਤੁਹਾਨੂੰ ਸਮੱਸਿਆਵਾਂ ਦਾ ਗਿਆਨ ਹੈ, ਕਿਉਂਕਿ ਤੁਸੀਂ ਉੱਥੇ ਆਪਣੀ ਕੰਸਟੀਚੁਐਂਸੀ ਨੂੰ, ਆਪਣੇ ਲੋਕਾਂ ਨੂੰ ਰਿਪਰਜੈਂਟ ਕਰ ਰਹੇ ਹੋ, ਜੇ ਉਹਨਾਂ ਦੀ ਸਮੱਸਿਆ ਦੀ ਸਮਝ ਹੈ ਅਤੇ ਭਾਵੇਂ ਉੱਥੇ ਜਾ ਕੇ ਤੁਸੀਂ ਇਸ਼ਾਰਿਆਂ ਨਾਲ ਸਮਝਾ ਦਿਓ। ਆਪਾਂ ਤਾਂ ਸਮੱਸਿਆ ਹੱਲ ਕਰਾਉਣੀ ਹੈ, ਨਾ ਕਿ ਉੱਥੇ ਜਾ ਕੇ ਕੋਈ ਲੈਕਚਰ ਝਾੜਨੇ ਹੈ। ਸੋ ਇਸ ਕਰਕੇ ਸਾਨੂੰ ਇਹ ਚੀਜ਼ਾਂ ਬਰੀਕੀ ਦੇ ਨਾਲ ਸਮਝਣ ਦੀ ਲੋੜ ਹੈ। ਆਪਣੇ ਆਪ ਦੇ ਵਿੱਚ ਆਪੇ ਹੀ ਇਹ ਕੰਪਲੈਕਸ ਨਹੀਂ ਲਿਆਉਣ ਦੀ ਲੋੜ ਵੀ ਮੈਨੂੰ ਅੰਗਰੇਜ਼ੀ ਦੀ ਕੋਈ ਐਕਸੈਂਟ ਦੀ ਸਮੱਸਿਆ ਅਤੇ ਇਸ ਕਰਕੇ ਮੈਂ ਕੋਈ ਕੰਮ ਹੀ ਨਹੀਂ ਕਰ ਸਕਦਾ। ਪਰ ਹੁਣ ਤੁਸੀਂ ਦੇਖੋ ਵੀ ਇਹ ਸਕੂਲ ਬੋਰਡ ਹੈ ਸਾਡਾ, ਵਿਧਾਨ ਸਭਾ ਆ, ਪਾਰਲੀਮੈਂਟ ਆ, ਵੀ ਅੰਗਰੇਜ਼ੀ ਫਰਾਟੇਦਾਰ ਬੋਲਣ ਵਾਲੇ ਲੋਕਾਂ ਨਾਲ ਭਰੀ ਹੋਏ ਨੇ ਸਾਰੇ, ਹੈ ਨਾ। ਪਾਰਲੀਮੈਂਟ 'ਚ ਬਹੁਤ ਹੈ ਫਰਾਟੇਦਾਰ। ਇੱਦਾਂ ਤਾਂ ਵੇਖੋ ਸਮੱਸਿਆ ਤਾਂ ਕੈਨੇਡਾ 'ਚ ਹੋਣੀ ਹੀ ਨਹੀਂ ਸੀ ਚਾਹੀਦੀ। ਵੀ ਜੇ ਫਰਾਟੇਦਾਰ ਅੰਗਰੇਜ਼ੀ ਹੀ ਸਮੱਸਿਆ ਦਾ ਹੱਲ ਹੋਵੇ ਤਾਂ ਫਿਰ ਸਮੱਸਿਆਵਾਂ ਤਾਂ ਓਡੇ ਕੋਈ ਆ ਜਾਂ ਵੱਧ ਰਹੀਆਂ ਨੇ। ਸੋ ਇਸ ਕਰਕੇ ਲੱਗਦਾ ਇਹ ਆਈਡੀਆਜ਼ ਦੀ ਕਿਤੇ ਘਾਟ ਹੈ। ਆਈਡੀਆਜ਼ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਅਸੀਂ ਜਦੋਂ ਹੁਣ ਦਹਾਕਿਆਂ ਤੱਕ ਹਾਜ਼ਰ ਰਹੇ ਹਾਂ, ਸਾਡੇ ਸਿਰਾਂ ਦੇ ਵਿੱਚ ਮੌਜੂਦ ਨੇ। ਇਸ ਵੇਲੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਅਤੇ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਆਈਡੀਆਜ਼ ਨੂੰ ਆਪਣੇ ਨੂੰ ਇੰਪਲੀਮੈਂਟ ਕਰ ਰਹੇ ਹਾਂ। ਇੱਕ ਵਾਰ ਫਿਰ ਕਹਿ ਰਹੇ ਹਾਂ ਕਿ ਸੰਦਲੀ ਪੈੜਾਂ ਹੀ ਛੱਡ ਕੇ ਜਾਣਾ। ਵੈਰੀ ਗੁੱਡ ਸਰ, ਬਹੁਤ ਸ਼ੁਭ ਕਾਮਨਾਵਾਂ ਨੇ ਇਸ ਗੱਲ ਦੇ ਲਈ ਤੁਹਾਨੂੰ, ਅਤੇ ਮੈਨੂੰ ਉਮੀਦ ਵੀ ਹੈ ਕਿ ਤੁਸੀਂ ਇਹ ਡੈਫੀਨਿਟਲੀ ਜੋ ਕਹਿ ਰਹੇ ਹੋ ਉਹਦੇ ਤੋਂ ਬਿਹਤਰ ਕਰਕੇ ਦਿਖਾਓਗੇ। ਸੋ ਅੱਛਾ, ਅੱਜ ਦੀ ਸਾਡੀ ਗੱਲਬਾਤ ਹੋ ਸਕਦਾ ਕੁਛ ਨਵੇਂ ਸਰੋਤੇ ਜੁੜੇ ਹੁਣ। ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਕਿ ਸਤਪਾਲ ਜੌਲ ਹੁਣੀ ਵਾਰਡਸ 9 ਅਤੇ 10 ਤੋਂ ਸਕੂਲ ਬੋਰਡ ਟਰਸਟੀ ਨੇ। ਉਹਨਾਂ ਨੂੰ ਅਸੀਂ ਅੱਜ ਇਨਵਾਈਟ ਕੀਤਾ ਸੀ ਸਟੂਡੀਓ ਦੇ ਵਿੱਚ, ਅਤੇ ਪਿਛਲੇ ਹਿੱਸੇ ਦੇ ਵਿੱਚ ਤਕਰੀਬਨ ਸਾਡੀ ਮੈਨੂੰ ਲੱਗਦਾ 25 ਤੋਂ 30 ਮਿੰਟ ਦੀ ਗੱਲਬਾਤ ਜਿਹੜੀ ਹੈ
ਕਾਫੀ ਡਿਟੇਲਡ ਤਰੀਕੇ ਦੇ ਨਾਲ ਅਸੀਂ ਬੈਕ ਟੂ ਸਕੂਲ ਪੇਰੈਂਟਸ ਲਈ, ਬੱਚਿਆਂ ਲਈ, ਟੀਚਰਸ ਲਈ ਕਿਸ ਤਰੀਕੇ ਦੇ ਨਾਲ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਕਿਹੜੀਆਂ ਦਾ ਨਹੀਂ। ਔਰ ਇਹ ਸਾਡੀ ਜਿਹੜੀ ਇੰਟਰਵਿਊ ਅਸੀਂ ਆਪੇ ਕੋਸ਼ਿਸ਼ ਕਰਨੀ ਹੈ ਜੀ, ਅਸੀਂ ਇਹਦੀ ਰਿਕਾਰਡਿੰਗ ਜਿਹੜੀ ਹੈ ਸਾਡੇ ਵੱਖ-ਵੱਖ YouTube ਚੈਨਲ ਜਾਂ ਫੇਸਬੁੱਕ ਦੇ ਲਈ ਵੀ ਸਾਂਝੀ ਕਰ ਦੇਣੀ ਹੈ, ਬਾਅਦ ਵਿੱਚ ਵੀ ਸੁਣ ਸਕੋਗੇ। ਕੋਈ ਸਰੋਤੇ ਹੋ ਸਕਦਾ ਹੁਣੇ ਹੀ ਜਿਨ੍ਹਾਂ ਨੇ ਟਿਊਨ ਇਨ ਕੀਤਾ ਹੋਵੇ, ਤਾਂ ਉਹਨਾਂ ਲਈ ਅਸੀਂ ਥੋੜ੍ਹਾ ਜਿਹਾ ਬਰੀਫ ਕਰਦੇ ਹੋਏ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਕਿ ਬੱਚਿਆਂ ਨੂੰ, ਪੇਰੈਂਟਸ ਨੂੰ, ਸਕੂਲ ਦੇ ਵਿੱਚ ਟੀਚਰਸ ਨੂੰ, ਜਦੋਂ ਉਹਨਾਂ ਦੀ ਸਾਰੀ ਇੱਕ ਕੋਆਰਡੀਨੇਸ਼ਨ ਨੂੰ ਅਸੀਂ ਧਿਆਨ ਵਿੱਚ ਰੱਖਾਂਗੇ ਤਾਂ ਹੀ ਇੱਕ ਚੰਗਾ ਸਮਾਜ ਸਿਰਜਣ ਦੇ ਲਈ ਸਾਨੂੰ ਸਾਰਿਆਂ ਨੂੰ ਇੱਕ ਰਾਹ ਪੱਧਰਾ ਮਿਲਣਾ। ਅਦਰਵਾਈਜ਼ ਅਸੀਂ ਜੇ ਇੱਕ ਵੀ ਕੜੀ ਢਿੱਲੀ ਹੋਈ ਤੇ ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਕੜੀ ਸਾਡੇ ਬੱਚੇ ਆ, ਉਸ ਕੜੀ ਨੂੰ ਜੇ ਅਸੀਂ ਢਿੱਲੇ ਛੱਡ ਦਿੱਤਾ, ਚਾਹੇ ਟੀਚਰਸ ਦੇ ਸਾਈਡ ਤੋਂ ਚਾਹੇ ਪੇਰੈਂਟਸ ਦੀ ਸਾਈਡ ਤੋਂ, ਤਾਂ ਫਿਰ ਅਸੀਂ ਸਪੋਇਲ ਕਰ ਰਹੇ ਹੋਵਾਂਗੇ। ਬਿਲਕੁਲ, ਦੇਖੋ ਜਿੱਥੇ ਪੇਰੈਂਟਸ, ਕਮਿਊਨਿਟੀ ਤੇ ਟੀਚਰਸ ਦੇ ਵਿਚਾਲੇ ਬੈਟਰ ਕਨੈਕਸ਼ਨ ਆ, ਹਾਂਜੀ, ਉੱਥੇ ਬੱਚੇ ਜਿਹੜੇ ਆ ਉਹ ਬੈਟਰ ਕਰ ਰਹੇ ਆ ਜੀ। ਇਸੇ ਕਰਕੇ ਅਸੀਂ ਆਪਣੇ ਵਾਰਡ 9-10 ਦੇ ਵਿੱਚ ਖਾਸ ਤੌਰ 'ਤੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਹੈਜ਼ੀਟੇਸ਼ਨ, ਕੋਈ ਝਿਜਕ ਨਹੀਂ ਰੱਖਣੀ ਵੀ ਤੁਸੀਂ ਆਪਣੀ ਗੱਲ ਨਹੀਂ ਉਹ ਪ੍ਰਿੰਸੀਪਲ ਨੂੰ ਸਮਝਾ ਸਕਦੇ ਹੋ, ਅਤੇ ਮੈਂ ਸਕੂਲ ਟਰਸਟੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਬੈਠਾ। ਤੁਸੀਂ ਮੇਰੇ ਨਾਲ ਗੱਲ ਕਰੋ, ਆਪਣੀ ਸਮੱਸਿਆ ਤੁਸੀਂ ਦੱਸੋ, ਅਤੇ ਮੈਂ ਉਹਨੂੰ ਸਿੰਪਲ ਲੈਂਗੁਏਜ ਦੇ ਵਿੱਚ ਉੱਥੇ ਪ੍ਰੈਜੈਂਟ ਕਰਕੇ, ਜਾਂ ਜਿੱਥੇ ਵੀ ਉਹ ਪ੍ਰੈਜੈਂਟ ਕਰਨ ਦੀ ਲੋੜ ਹੋਵੇ, ਅਸੀਂ ਆਲਰੇਡੀ ਕਰ ਰਹੇ ਹਾਂ। ਰਾਤ ਨੂੰ 9 ਵਜੇ ਈਮੇਲ ਆ ਜਾਏ, ਅਸੀਂ ਉਹਨੂੰ ਪ੍ਰੋਸੈਸ ਕੀਤੇ ਬਿਨਾਂ ਸੌਂਦੇ ਨਹੀਂ ਜੀ। ਸਵੇਰੇ 6 ਵਜੇ ਫੋਨ ਆ ਜਾਏ, ਉਹ ਵੀ ਅਟੈਂਡ ਕਰਦੇ ਆ ਜੀ। ਸੋ ਇਸ ਕਰਕੇ ਤੁਸੀਂ ਕੋਈ ਝਿਜਕ ਨਹੀਂ ਮਹਿਸੂਸ ਕਰਨੀ ਵੀ ਤੁਸੀਂ ਉੱਥੇ ਜੇ ਸਿੱਧੇ ਜਾ ਕੇ ਅੰਗਰੇਜ਼ੀ 'ਚ ਨਹੀਂ ਗੱਲ ਕਰ ਸਕਦੇ। ਇਸ ਕਰਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ, ਸਤਪਾਲ ਸਿੰਘ ਜੌਲ, ਅਤੇ ਮੇਰੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ। ਮੇਰਾ ਟੈਲੀਫੋਨ ਨੰਬਰ ਉਹ ਪੁਰਾਣਾ ਹੀ ਹੈ ਜੀ। ਸੋ ਇੱਕ ਵਾਰੀ ਫਿਰ ਦੱਸ ਦਿੰਦੇ ਦੋਸਤੋ, ਹੁਣ ਆਪਾਂ ਪੀਰ ਡਿਸਟ੍ਰਿਕਟ ਸਕੂਲ ਬੋਰਡ ਨਾਲ ਸੰਬੰਧਿਤ ਕੋਈ ਮੇਜਰ ਅਨਾਊਂਸਮੈਂਟਸ ਜਾਂ ਨਵੇਂ ਸੈਸ਼ਨ ਨੂੰ ਲੈ ਕੇ ਕੋਈ ਤਿਆਰੀਆਂ ਦੇ ਬਾਰੇ ਜੇ ਕੁਇਕਲੀ 1-2 ਮਿੰਟ ਦੇ ਵਿੱਚ ਗੱਲ ਕਰਨੀ ਚਾਹੋ ਤਾਂ ਫਿਰ ਅਸੀਂ ਬਰੈਂਪਟਨ ਹਸਪੀਟਲ ਨਾਲ ਸੰਬੰਧਿਤ ਵੀ ਤੁਸੀਂ ਕਾਫੀ ਕੰਮ ਕੀਤਾ ਹੋਇਆ, ਉਹਦੇ 'ਤੇ ਤੁਹਾਡੇ 5-4 ਮਿੰਟ ਲੈਣੇ ਜ਼ਰੂਰ ਚਾਹਾਂਗਾ। ਬਿਲਕੁਲ ਜੀ, ਇਹੀ ਕਹਿਣਾ ਚਾਹੁੰਦੇ ਹਾਂ ਜੀ ਕਿ ਵੀ ਇਹ ਬੈਕ ਟੂ ਸਕੂਲ ਦੇ ਸਿਲਸਿਲੇ ਦੇ ਵਿੱਚ ਇਹ ਗੱਲ ਹੁਣ ਵਿਚਾਰਨਯੋਗ ਹੋਏਗੀ। ਵੈਸੇ ਤਾਂ ਜਿਹੜੇ 3 ਹਫ਼ਤੇ ਬਾਕੀ ਪਏ ਨੇ, ਭੈਣ ਭਰਾ ਬੱਚੇ ਉਸ ਨੂੰ ਇੰਜੋਏ ਕਰਨਗੇ, ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ, ਟੈਨਸ਼ਨ ਮਨ 'ਤੇ ਲੈਣ ਦੀ ਲੋੜ ਕੋਈ ਨਹੀਂ। ਲਾਗੇ ਜੇ ਜਾ ਕੇ ਅਸੀਂ ਫਿਰ ਵੀ ਅਵੇਅਰ ਕਰਨਾ ਸ਼ੁਰੂ ਕਰ ਦੇਣਾ ਜੀ ਵੀ ਹੁਣ ਇਸ ਤਰੀਕੇ ਦੇ ਨਾਲ ਸਕੂਲ ਆਇਓ ਜੀ। ਇਹਦੇ ਨਾਲ ਹੀ ਕਮਿਊਨਿਟੀ ਨੂੰ ਅਵੇਅਰ ਕਰੀਦਾ ਕਿ ਹੁਣ ਸਕੂਲਾਂ ਦੇ ਆਲੇ ਦੁਆਲੇ ਜਿਹੜੀ ਪਿਛਲੇ 2 ਮਹੀਨੇ ਆਦਤ ਵਿਗੜ ਗਈ ਸੀ ਵੀ ਤੇਜ਼ ਗੱਡੀ ਨਿਗਾ ਲਈ, ਅਤੇ ਸਪੀਡ ਫਿਰ ਐਡਜਸਟ ਕਰਿਓ, ਕਿਉਂਕਿ ਉਹਨਾਂ ਦਿਨਾਂ 'ਚ ਪੁਲਿਸ ਵੀ ਜਿਹੜੀ ਆ ਫਿਰ ਆਲੇ ਦੁਆਲੇ 'ਚ ਹੁੰਦੀ ਹੈ। ਸੋ ਇਸੇ ਤਰੀਕੇ ਦੇ ਨਾਲ ਜਿਹੜੇ ਸਕੂਲ ਰੋਡ ਕ੍ਰੋਸ ਕਰਨ ਵਾਲੇ ਗਾਰਡਸ ਹੁੰਦੇ ਆ, ਉਹਨਾਂ ਦੀ ਵੀ ਦੁਬਾਰਾ ਜਿਹੜੀ ਆ ਉਹ ਆਦਤ ਪਾਉਣੀ ਪਏਗੀ, ਕਿਉਂਕਿ ਸਕੂਲਾਂ ਦੇ ਆਲੇ ਦੁਆਲੇ ਦੇ ਵਿੱਚ ਜਿੰਨਾ ਵੀ ਇਹ ਟ੍ਰੈਫਿਕ ਦਾ ਜਮਘਟਾ ਸਵੇਰੇ ਤੇ ਆਫਟਰਨੂਨ 'ਚ ਬਣਦਾ ਨਾ, ਉਹ ਵੈਸੇ ਸਾਰੀ ਦੁਨੀਆ ਦੇ ਵਿੱਚ ਇਕੱਲੀ ਬਰੈਂਪਟਨ ਦੀ ਸਮੱਸਿਆ ਨਹੀਂ, ਵਾਰਡ 9 ਦੀ ਸਮੱਸਿਆ ਨਹੀਂ। ਆਪਣੇ ਆਪ ਨੂੰ ਐਡਜਸਟ ਕਰਨਾ ਪੈਣਾ। ਬਿਲਕੁਲ, ਉਹ ਜਿੰਨਾ ਚਿਰ ਦੇਖੋ ਇਹ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਅਸੀਂ ਹੁਣ ਜਿੰਨੀਆਂ ਮਰਜ਼ੀ ਕਹਿ ਲਓ ਵੀ ਸਾਈਨ ਬੋਰਡ ਸੜਕ 'ਤੇ ਲਾ ਲਈਏ ਵੀ ਹਾਂਜੀ ਗਲਤ ਜਗ੍ਹਾ ਤੋਂ ਪਾਰ ਨਾ ਕਰਿਓ ਜੀ, ਆ ਜੀ ਇੱਥੋਂ ਤੇਜ਼ ਨਾ ਲਗਾਇਓ ਜੀ, ਇੰਨੀ ਸਪੀਡ ਲਿਮਿਟ ਹੈ ਜੀ, ਪਰ ਉਹ ਸਾਈਨਸ ਨੂੰ ਜੇ ਡਰਾਈਵਰ ਦੇ ਵਿੱਚ ਮੰਨਣ ਦਾ ਮਾਦਾ ਨਹੀਂ, ਅਸੀਂ ਸਾਈਨ ਲਾਏ ਦਾ ਫਾਇਦਾ ਤਾਂ ਜੇ ਉਹਨੂੰ ਕੋਈ ਮੰਨਣਾ ਹੋਵੇ। ਸੋ ਇਸ ਕਰਕੇ ਸਾਈਨ ਵੀ ਬਹੁਤ ਸਾਰੇ ਲੱਗ ਰਹੇ ਆ, ਪਰ ਉਹਦੇ ਨਾਲ ਨਾਲ ਕਮਿਊਨਿਟੀ ਨੂੰ ਐਜੂਕੇਟ ਕੀਤਾ ਜਾ ਰਿਹਾ ਵੀ ਜਦੋਂ ਸਕੂਲ ਸੈਸ਼ਨ ਵਿੱਚ ਆ ਤੇ ਉਸ ਵੇਲੇ ਜ਼ਰੂਰ ਉੱਥੇ ਟ੍ਰੈਫਿਕ ਦੇ ਰੂਲਸ ਆ ਜਿਹੜੇ ਫੋਲੋ ਕੀਤੇ ਜਾਣ। ਤੇ ਦੂਸਰਾ ਇਹ ਆ ਜੀ ਵੀ ਅਸੀਂ ਬੱਸਿੰਗ ਦੇ ਸਿਲਸਿਲੇ ਦੇ ਵਿੱਚ ਜਿਹੜਾ ਕਿਲੋਮੀਟਰ, ਮੈਨੂੰ ਲੱਗਦਾ ਸੌਰੀ ਤੁਹਾਡੀ ਗੱਲ ਵਿੱਚ ਹੈ, ਬਹੁਤ ਸਾਰੇ ਨਵੇਂ ਡਰਾਈਵਰਸ ਵੀ ਹੋਣਗੇ ਜਿਨ੍ਹਾਂ ਨੇ ਹੁਣ ਲਾਇਸੈਂਸ ਲੈ ਕੇ ਹੁਣ ਡਰਾਈਵਿੰਗ ਆਪਣੀ ਸ਼ੁਰੂ ਕਰ ਰਹੇ ਹੋਣਾ, ਤਾਂ ਉਹਨਾਂ ਲਈ ਪਹਿਲੀ ਵਾਰ ਐਕਸਪੀਰੀਅੰਸ ਹੋਏਗਾ ਕਿ ਉਹਨਾਂ ਨੇ ਸਕੂਲ ਜਦੋਂ ਓਪਨ ਹੋਣੇ ਆ, ਸੋ ਛੁੱਟੀ ਦੇ ਟਾਈਮ ਜਾਂ ਫਿਰ ਸਵੇਰੇ ਸਕੂਲ ਸ਼ੁਰੂ ਹੋਣ ਦੇ ਟਾਈਮ ਉਹਨਾਂ ਨੂੰ ਇੱਕ ਡਿਫਰੈਂਟ ਐਨਵਾਇਰਨਮੈਂਟ, ਇੱਕ ਡਿਫਰੈਂਟ ਮਾਹੌਲ, ਇੱਕ ਡਿਫਰੈਂਟ ਜ਼ੋਨ ਮਿਲਣਾ। ਸੋ ਉਹਨੂੰ ਕਿਵੇਂ ਖਿਆਲ 'ਚ ਰੱਖਣਾ ਨਵੇਂ ਡਰਾਈਵਰਸ ਲਈ ਵੀ ਬਹੁਤ ਇੰਪੋਰਟੈਂਟ ਹੈ, ਅਤੇ ਜਿਹੜੇ ਪੁਰਾਣੇ ਜਦ ਤੁਸੀਂ ਕਿਹਾ ਵੀ ਹੁਣ ਯੂਜ਼ ਟੂ ਹੋ ਗਿਆ ਹੋਵਾਂਗੇ ਵੀ ਸਪੀਡ ਦੇ ਨਾਲ ਹੀ ਲੰਘਦੇ ਆ ਜਿੱਥੋਂ ਮਰਜ਼ੀ, ਸੋ ਉਹਨਾਂ ਲਈ ਵੀ ਹੁਣ ਰਸਤੇ ਜਿਹੜੇ ਨੇ ਥੋੜ੍ਹੇ ਜਿਹਾ ਉਹਨਾਂ ਨੂੰ ਆਪਣੇ ਅਕੋਰਡਿੰਗਲੀ ਐਡਜਸਟ ਕਰਨੇ ਪੈਣਗੇ। ਮੈਂ ਤਾਂ ਗਿਲ ਸਾਹਿਬ ਇੱਕੋ ਗੱਲ ਕਹਿਣਾ ਹੁੰਦਾ ਵੀ ਜਦੋਂ ਟੈਸਟ ਦੇਣ ਗਏ ਸੀ ਨਾ ਡਰਾਈਵਿੰਗ ਦਾ, ਤੇ ਉਦਣ 1 ਵੀ ਕਿਲੋਮੀਟਰ ਨਹੀਂ ਸੀ ਗੱਡੀ ਉੱਪਰ ਚੱਲੀ, ਹੈ ਨਾ। ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਜੀ 3-4 ਕਿਲੋਮੀਟਰ ਤਾਂ ਹੋ ਹੀ ਜਾਂਦੇ ਆ, ਤੇ ਜੇ 3-4 ਕਿਲੋਮੀਟਰ ਉੱਤੇ ਹੋ ਜਾਂਦੇ ਤੇ ਡਰਾਈਵਰ ਨੇ ਸੀਟ ਤੇ ਬਹਿ ਕੇ ਕੀਤਾ ਕੀ ਹੋਇਆ, ਇਹੀ ਤੇ ਉਹਨੇ ਕਰਨਾ ਸੀ ਵੀ ਇੱਦਾਂ ਨਾ ਹੋਵੇ। ਤੇ ਜਿੱਦਣ ਟੈਸਟ ਦੇਣ ਗਏ ਸੀ ਉਦੋਂ ਨਹੀਂ ਸੀ ਹੋਇਆ। ਇਸ ਕਰਕੇ ਪਰ ਜੇ ਉਹ ਮਾਹੌਲ ਉਸੇ ਤਰ੍ਹਾਂ ਦਿਮਾਗ ਦੇ ਵਿੱਚ ਫਰੈਸ਼ ਰੱਖਿਆ ਜਾਵੇ ਵੀ ਮੈਂ ਪੋਸਟਡ ਸਪੀਡ ਤੇ ਗੱਡੀ ਚਲਾਉਣੀ ਆ, ਤੇ ਸੰਭਵ ਤਾਂ ਹੈ ਹੀ ਹੈ ਜੀ। ਅੱਛਾ, ਇੱਕ ਜੌਲ ਸਾਹਿਬ ਹੋਰ ਮੈਂ ਤੁਹਾਡੀ ਗੱਲ ਵਿੱਚੋਂ ਮੈਨੂੰ ਲੱਗਿਆ ਸੀ ਵੀ ਜਿੱਦਾਂ ਬਹੁਤ ਸਾਰੀਆਂ ਇਹੋ ਜਿਹੀਆਂ ਪੋਜੀਸ਼ਨਸ ਹੋਣਗੀਆਂ, ਚਾਹੇ ਉਹ ਹੁਣ ਸਟਾਪ ਸਾਈਨ ਤੇ ਖੜਨ ਦੇ ਲਈ ਹੈ ਜਾਂ ਵੋਲੰਟੀਅਰਲੀ ਜਾਂ ਜੌਬ ਦੇ ਤੌਰ ਦੇ ਉੱਤੇ। ਸਿਟੀ ਆਫ ਬਰੈਂਪਟਨ ਦੀ ਗੱਲ ਕਰ ਲਾਂ ਜਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੀ ਗੱਲ ਕਰਾਂ, ਕੋਈ ਨਵੀਆਂ ਓਪਨਿੰਗਸ ਵੀ ਇਸ ਵੇਲੇ ਆਉਣ ਵਾਲੇ ਸਮੇਂ ਦੇ ਲਈ, ਆਉਣ ਵਾਲੇ ਸੈਸ਼ਨ ਦੇ ਲਈ ਹੋਣਗੀਆਂ ਜਿਨ੍ਹਾਂ ਦਾ ਫਾਇਦਾ ਲਿਆ ਜਾ ਸਕਦਾ? ਬਿਲਕੁਲ ਜੀ, ਆਪਾਂ ਇਹ ਸਕੂਲ ਟਰਸਟੀ ਬਣਨ ਤੋਂ ਬਾਅਦ ਪਹਿਲਾਂ ਇਹ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀਗੀ ਵੀ ਜਿੰਨੀਆਂ ਜੌਬਸ ਓਪਨਿੰਗ ਕਮਿਊਨਿਟੀ ਨੂੰ ਕਈ ਵਾਰੀ ਪਤਾ ਨਹੀਂ ਸੀ ਲੱਗਦਾ ਵੀ ਕਿੱਥੇ ਖੁੱਲ੍ਹਦੀਆਂ, ਕਿੱਧਰ ਨੂੰ ਜੌਬ ਚਲੇ ਜਾਂਦੀਆਂ, ਉਹ ਓਪਨਿੰਗਸ ਦੇ ਬਾਰੇ ਭੈਣ ਭਰਾਵਾਂ ਨੂੰ ਅਵੇਅਰ ਅਸੀਂ ਐਵਰੀ ਮੰਥ ਐਟਲੀਸਟ ਇੱਕ ਵਾਰੀ ਕਰਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਹੀ ਸਿਟੀ ਦੇ ਵਿੱਚ, ਬਰੈਂਪਟਨ ਦੇ ਵਿੱਚ ਵੀ ਕਾਫੀ ਸਾਰੀਆਂ ਪੋਜੀਸ਼ਨ ਜਿਹੜੀਆਂ ਓਪਨਿੰਗ ਹੁੰਦੀਆਂ ਰਹਿੰਦੀਆਂ, ਤੇ ਕ੍ਰੋਸਿੰਗ ਗਾਰਡ ਦੇ ਬਾਰੇ 'ਚ ਜਿਹੜੀਆਂ ਕਾਫੀ ਸਾਨੂੰ ਕਈ ਵਾਰੀ ਕੁਐਸਚਨਸ ਵੀ ਆਉਂਦੇ ਆ, ਫੀਡਬੈਕ ਮੰਗੀ ਜਾਂਦੀ ਹੈ, ਦੱਸੀ ਜਾਂਦੀ ਆ। ਸੋ ਉਸ ਨੂੰ ਵੀ ਜਿਹੜਾ ਅਸੀਂ ਫੋਲੋ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਸ ਤਰੀਕੇ ਦਾ ਕਿਤੇ ਵੀ ਕੋਈ ਕੁਐਸਚਨ ਹੋਵੇ, ਸਮਝ ਨਾ ਆਉਂਦੀ ਹੋਵੇ ਵੀ ਇਹ ਜਿਹੜੀਆਂ ਜੌਬ ਓਪਨਿੰਗਸ ਹੈਗੀਆਂ ਕਿਸ ਤਰ੍ਹਾਂ ਉਹਨਾਂ ਨੂੰ ਐਕਸੈਸ ਕਰਨਾ, ਉਹਦੇ ਬਾਰੇ ਵੀ ਵਾਰਡ 9-10 ਦੇ ਭੈਣ ਭਰਾਵਾਂ ਵਾਸਤੇ ਨਹੀਂ, ਕਿਸੇ ਵੀ ਵਾਸਤੇ, ਕਈ ਵਾਰੀ ਵਿੰਡਸਰ ਤੋਂ ਗਿਲ ਸਾਹਿਬ
ਸਾਨੂੰ ਆਟੋਵਾ ਤੋਂ ਤਰ੍ਹਾਂ ਦੇ ਫੋਨ ਜਿਹੜੇ ਜਗ੍ਹਾ ਤੋਂ ਭੈਣ ਭਰਾ ਕਰਦੇ ਮਾਣ ਕਰਕੇ, ਕਿਉਂਕਿ ਪੂਰੇ ਓਨਟਾਰੀਓ ਦੇ ਵਿੱਚ ਇੱਕੋ ਹੀ ਪੰਜਾਬੀ ਸਕੂਲ ਟਰਸਟੀ ਆ। ਸੋ ਇਸ ਕਰਕੇ ਜੀ ਵਾਰਡ 9-10 ਦੇ ਵਿੱਚ, ਪੂਰੇ ਬਰੈਂਪਟਨ ਦੇ ਵਿੱਚ, ਪੀਲ ਰੀਜਨ ਦੇ ਵਿੱਚ ਕਿਸੇ ਵੀ ਭੈਣ ਭਰਾ ਨੂੰ ਲੱਗਦਾ ਹੋਵੇ ਵੀ ਆਹ ਗੱਲ ਉਹਨਾਂ ਨੂੰ ਸਕੂਲਾਂ ਦੇ ਨਾਲ ਸੰਬੰਧਿਤ ਸਮਝ ਨਹੀਂ ਆ ਰਹੀ, ਅਤੇ ਸਤਪਾਲ ਸਿੰਘ ਜੌਹਲ ਦਾ ਫੋਨ ਨੰਬਰ ਹਾਜ਼ਰ ਹੈ। ਇਹਦੇ ਨਾਲ ਹੀ ਫਿਰ ਜਿਹੜੀਆਂ ਬੱਸਾਂ ਦੀ ਕਿਲੋਮੀਟਰ ਡਿਸਟੈਂਸ ਰਿਕੁਆਇਰਮੈਂਟ ਸੀ ਜੀ, ਇਹ ਵੀ ਆਪਾਂ ਬੋਰਡ ਦੇ ਵਿੱਚ ਲੈ ਕੇ ਗਏ ਸੀਗੇ ਵੀ ਇਹ ਕਾਫੀ ਵੱਡੀ ਜਿਹੜੀ ਰਿਕੁਆਇਰਮੈਂਟ ਆ, ਅਤੇ ਲੋਕਾਂ ਦੇ ਪੇਰੈਂਟਸ ਵਾਸਤੇ, ਗ੍ਰੈਂਡ ਪੇਰੈਂਟਸ ਵਾਸਤੇ ਡਿਸਟੈਂਸ ਜ਼ਿਆਦਾ, ਜਿਹਦੇ ਕਰਕੇ ਬਹੁਤ ਸਾਰੇ ਪੇਰੈਂਟਸ ਜਿਹੜੇ ਆ ਨਿੱਕੇ ਬੱਚਿਆਂ ਨੂੰ ਨਹੀਂ ਲੰਬਾ ਤੋਰ ਕੇ ਲਿਜਾ ਸਕਦੇ। ਉਹਦੇ 'ਤੇ ਹੁਣ ਕਾਫੀ ਆਪਾਂ ਕਾਮਯਾਬੀ ਗਿੱਲ ਸਾਹਿਬ ਭੈਣ ਭਰਾਵਾਂ ਦੀ ਕਮਿਊਨਿਟੀ ਦੇ ਸਹਿਯੋਗ ਦੇ ਨਾਲ ਪ੍ਰਾਪਤ ਕਰ ਲਈ ਹੋਈ ਹੈ, ਅਤੇ ਅਗਲੇ ਸਾਲ 2024 ਤੋਂ ਅਸੀਂ ਇੰਪਲੀਮੈਂਟ ਕਰਨ ਦੇ ਵਿੱਚ ਕਾਮਯਾਬ ਹੋ ਹੀ ਜਾਣਾ ਲਗਭਗ, ਕਿ ਜਿਹੜੀ ਡਿਸਟੈਂਸ ਆ ਉਹ ਘਟਾ ਕੇ ਅਸੀਂ ਅੱਧੀ ਕਰ ਦੇਣੀ ਆ। ਸਾਡੀ 800 ਮੀਟਰ ਤੋਂ ਡਿਸਟੈਂਸ ਸ਼ੁਰੂ ਹੋਇਆ ਕਰੇਗੀ, ਜਿਹੜੀ ਕਿ ਹੁਣ 1 ਕਿਲੋਮੀਟਰ ਤੋਂ ਹੋ ਕੇ 1.6 ਕਿਲੋਮੀਟਰ ਤੱਕ ਛੋਟੇ ਬੱਚਿਆਂ ਲਈ ਜਾਂਦੀ ਆ। ਉਹ ਜਿਹੜੀ ਮੈਕਸ ਯਾਨੀ ਕਿ ਡਿਸਟੈਂਸ ਆ ਉਹ 1 ਕਿਲੋਮੀਟਰ ਜਿਹੜੇ ਆ ਐਲੀਮੈਂਟਰੀ ਬੱਚਿਆਂ ਵਾਸਤੇ ਰਹਿ ਜਾਣੀ ਆ। ਪਰ ਉਹਦੇ ਵਾਸਤੇ ਇੰਨੀ ਭੈਣ ਭਰਾਵਾਂ ਨੇ ਤਕਲੀਫ ਝੱਲੀ ਹੈ, ਸਾਨੂੰ ਹੁਣ ਬੱਸਾਂ ਅਤੇ ਬਾਕੀ ਸਾਰੇ ਰੂਟ ਜਿਹੜੇ ਆ ਅਰੇਂਜ ਕਰਨ ਦੇ ਲਈ, ਡਰਾਈਵਰਸ ਹਾਇਰ ਕਰਨ ਦੇ ਲਈ, ਉਹ ਇਨਫਰਾਸਟਰਕਚਰ ਬਣਾਉਣ ਦੇ ਲਈ ਜਿਹੜਾ ਜੀ ਟਾਈਮ ਕੁਛ ਚਾਹੀਦਾ, ਅਤੇ ਅਸੀਂ ਇਹ ਟੀਚਾ ਮਿੱਥਿਆ ਹੋਇਆ ਵੀ 2024 ਸਤੰਬਰ ਤੋਂ ਅਸੀਂ ਇਹ ਸ਼ੁਰੂ ਕਰ ਲਵਾਂਗੇ, ਅਤੇ ਜਿਹੜੀ ਇਹ ਡਿਸਟੈਂਸ ਰਿਕੁਆਇਰਮੈਂਟ ਹੈ ਇਹ ਕਾਫੀ ਜਿਹੜੀ ਉਹ ਘੱਟ ਜਾਏਗੀ, ਜਿਹਦੇ ਨਾਲ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਪੇਰੈਂਟਸ ਜਿਹੜੇ ਉਹ ਕੁਆਲੀਫਾਈ ਬੱਚੇ ਕਰਨੇ ਸ਼ੁਰੂ ਕਰ ਦੇਣਗੇ ਬੱਸ ਵਾਸਤੇ। ਅੱਛਾ, ਵੈਰੀ ਗੁੱਡ। ਸੋ ਅੱਛਾ, ਇਹਦੇ ਨਾਲ ਹੀ ਇੱਕ ਹੋਰ ਬੱਸ ਡਰਾਈਵਰਸ ਦੇ ਤੌਰ 'ਤੇ ਵੀ ਜਿਹੜਾ ਇੱਕ ਵਾਰੀ ਰਿਪੀਟ ਜ਼ਰੂਰ ਕਰਿਓ ਜੇਕਰ ਕੋਈ ਓਪਨਿੰਗਸ ਹੈਗੀਆਂ ਨੇ ਇਸ ਵੇਲੇ। ਬਿਲਕੁਲ ਜੀ, ਵੈਸੇ ਉਹ ਨਾ ਸਟੋਪਰ ਆ ਸਾਡੀ ਜਿਹੜੀ ਟਰਾਂਸਪੋਰਟੇਸ਼ਨ ਕੰਪਨੀ ਆ, ਉਹ ਕੰਟਰੈਕਟਰ ਆ, ਅਤੇ ਉਹੀ ਜਿਹੜਾ ਜੀ ਪੀ ਇੱਕ ਤਰੀਕੇ ਨਾਲ ਹਾਇਰਿੰਗ ਉਹਦੀ ਕਰਦੇ ਆ। ਪਰ ਜੇ ਉਹਨਾਂ ਵਾਸਤੇ ਸਪੈਸੀਫਿਕ ਭੈਣ ਭਰਾਵਾਂ ਨੂੰ ਕੋਈ ਇਨਫੋਰਮੇਸ਼ਨ ਲਿੰਕ ਚਾਹੀਦਾ ਮੇਰੀ ਸਹਾਇਤਾ ਦੇ ਨਾਲ, ਉਹ ਮੈਂ ਜ਼ਰੂਰ ਕਰਨ ਨੂੰ ਤਿਆਰ ਹਾਂ। ਪਰ ਪੀਲ ਡਿਸਟ੍ਰਿਕਟ ਸਕੂਲ ਬੋਰਡ ਜਿਹੜੇ ਆ ਡਰਾਈਵਰ ਸਿੱਧੇ ਹਾਇਰ ਨਹੀਂ ਕਰਦੇ, ਉਹ ਸਟੋਪਰ ਜਿਹੜੀ ਉਹ ਕੰਪਨੀ ਉਹੀ ਕਰਦੀ ਹੈ ਜੀ। ਸੋ ਇਹਦੇ ਲਈ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਇੱਕ ਵਾਰੀ ਆਪਣਾ ਨੰਬਰ ਜ਼ਰੂਰ ਦੇ ਦਿਓ ਤਾਂ ਕਿ ਤੁਹਾਨੂੰ ਕੰਟੈਕਟ ਕੀਤਾ ਜਾ ਸਕੇ। ਬਿਲਕੁਲ ਜੀ, ਗਿੱਲ ਸਾਹਿਬ ਵੈਸੇ ਜਦੋਂ ਆਪਾਂ ਇਲੈਕਟ ਹੋਏ ਸੀ ਅਤੇ ਸਾਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਨਾ ਆਈਫੋਨ ਦਿੱਤਾ ਬੜਾ ਮਹਿੰਗਾ, ਅਤੇ ਫਿਰ ਮੈਨੂੰ ਲੱਗਿਆ ਕਿ ਇਹ ਤਾਂ ਨੰਬਰ ਚੇਂਜ ਹੋ ਜਾਏਗਾ, ਅਤੇ ਮੈਂ ਇਲੈਕਸ਼ਨ 'ਚ ਭੈਣ ਭਰਾਵਾਂ ਨਾਲ ਪ੍ਰੋਮਿਸ ਕਰਕੇ ਆਏ ਸੀ ਵੀ ਮੇਰਾ ਨੰਬਰ ਜਿਹੜਾ ਫੋਨ ਬਦਲੇਗਾ ਨਹੀਂ। ਸੋ ਇਸ ਕਰਕੇ ਹੱਥ ਜੋੜ ਕੇ ਅਸੀਂ ਉਹ ਜਿਹੜਾ ਮਹਿੰਗਾ ਫੋਨ ਸੀ ਬੋਰਡ ਦਾ ਉਹ ਵਾਪਸ ਦੇ ਦਿੱਤਾ, ਜਿਹੜਾ ਮੁਫਤ ਮਿਲ ਰਿਹਾ ਸੀ, ਅਤੇ ਆਪਣਾ ਇਹੀ ਫੋਨ ਅਸੀਂ ਰੱਖਿਆ ਹੋਇਆ ਜਿਹੜਾ ਸਾਡਾ ਲੰਬੇ ਸਮੇਂ ਤੋਂ ਇੱਕੋ ਹੀ ਨੰਬਰ ਚੱਲ ਰਿਹਾ। ਜਦੋਂ ਦਾ ਮੈਂ ਕੈਨੇਡਾ 'ਚ ਹਾਂ ਮੇਰਾ ਨੰਬਰ ਇਹ ਹੈ, ਅਤੇ ਮੇਰਾ ਇਰਾਦਾ ਇਹੀ ਹੈ ਕਿ ਇਹੀ ਰਹਿਣਾ ਮੇਰਾ ਨੰਬਰ ਸਾਰੀ ਜ਼ਿੰਦਗੀ, ਜੋ ਕਿ ਹੈ ਜੀ 4168953784 416 895 3784। ਸੋ 416 895 3784 ਸਤਪਾਲ ਜੌਹਲ ਸਾਹਿਬ ਦੇ ਨਾਲ ਗੱਲ ਕਰਨ ਦੇ ਲਈ ਇਹ ਫੋਨ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰਕੇ ਰੱਖੋ। ਅਤੇ ਸਰ, ਜਾਣ ਤੋਂ ਪਹਿਲਾਂ ਬਰੈਂਪਟਨ ਹਸਪੀਟਲ ਨੂੰ ਲੈ ਕੇ ਲੋਕਾਂ ਦੇ ਵਿੱਚ ਵੈਸੇ ਬਹੁਤ ਵੱਡਾ ਇੱਕ ਪੂਰੇ ਦਾ ਪੂਰਾ ਐਪੀਸੋਡ ਆਪਾਂ ਕਰ ਸਕਦੇ ਹਾਂ, ਤਾਂ ਪੌਣਾ ਘੰਟਾ ਗੱਲ ਕੀਤੀ ਜਾ ਸਕਦੀ ਹੈ, ਪਰ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਈ ਗੱਲਬਾਤ ਕੀਤੀ ਸੀ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਣੇ ਕੁਛ MPPs ਨੂੰ ਵੀ ਅਸੀਂ ਔਨਰ ਕਰਾਂਗੇ ਜ਼ਰੂਰ। ਬਰੈਂਪਟਨ ਹਸਪੀਟਲ ਦੇ ਉੱਤੇ ਤੁਸੀਂ ਕਾਫੀ ਕੰਮ ਕੀਤਾ ਹੋਇਆ, ਉੱਥੋਂ ਦੀ ਪਹਿਲਾਂ ਸਥਿਤੀ ਨੂੰ ਦੇਖਦੇ ਹੋਏ ਕੀ ਕੌਮੈਂਟ ਹੈ ਤੁਹਾਡਾ, ਕਿਵੇਂ ਦੇਖਦੇ ਹੋ, ਕਿੱਥੇ ਕੁ ਮਾਪਦੇ ਹੋ, ਜੇਕਰ ਉਹਨੂੰ ਅਸੀਂ ਰੇਟਿੰਗ ਦੇਣੀ ਹੋਵੇ ਤਾਂ ਕੀ ਤੁਹਾਡੇ ਕੀ ਥਾਟਸ ਨੇ? ਗਿੱਲ ਸਾਹਿਬ, ਇਸ ਜਰਨਲਿਜ਼ਮ ਦੇ ਕੈਰੀਅਰ ਦੇ ਵਿੱਚ ਮੈਂ ਇਹ ਦੇਖਿਆ ਵੀ ਸਮੱਸਿਆਵਾਂ ਜਿਹੜੀਆਂ ਨਾ ਵੀ ਸਾਲੋ ਸਾਲ ਤੁਹਾਨੂੰ ਉਠਾਉਂਦੇ ਰਹਿਣਾ ਪੈਂਦਾ, ਅਤੇ ਹੱਲ ਹੋ ਜਾਣ ਤੱਕ ਉਹਨਾਂ ਦੇ ਮਗਰ ਪਏ ਰਹਿਣਾ ਪੈਂਦਾ। ਮੈਂ LMIA ਦੇ ਸਿਲਸਿਲੇ ਦੇ ਵਿੱਚ ਵੀ ਇਹੀ ਦੇਖਿਆ, ਆਪਣੀ ਜਦੋਜਹਿਦ ਜਿਹੜੀ 7 ਸਾਲ ਚੱਲੀ ਹੈ। ਇਸ ਦੇ ਨਾਲ ਹੀ ਫਿਰ ਜਿਹੜੀ ਇਹ 5 ਕੁ ਸਾਲ ਮੇਰੀ ਜਦੋਜਹਿਦ ਚੱਲੀ ਕਿ ਹਸਪੀਟਲ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਸਾਈਨ ਪੈਰਾਂ ਨੀਵੀਂ ਜਗ੍ਹਾ 'ਤੇ ਸੀ ਵੀ ਅਸੀਂ ਪ੍ਰੋਜੈਕਟ ਮਿੱਥਿਆ ਵੀ ਇਹਨੂੰ ਸਿਰ 'ਤੇ ਰਖਾਉਣਾ, ਉਹਨੂੰ ਵੀ ਸਾਨੂੰ 5 ਸਾਲ ਲੱਗ ਗਏ ਜੀ, ਤਰ੍ਹਾਂ ਦੀਆਂ ਮੀਟਿੰਗਾਂ ਮਾਰ ਕੇ, ਤੇ ਉਹ ਹਰ ਵਾਰੀ ਕਹਿ ਦਿੰਦੇ ਸੀ ਹਾਂਜੀ ਕਰਦੇ ਹਾਂ ਜੀ, ਕਰਨਾ ਹੈ ਜੀ, ਪਰ ਕੀਤਾ ਕੁਛ ਵੀ ਨਹੀਂ ਸੀ ਜਾਂਦਾ। ਸੋ ਇਹਦੇ ਕਰਕੇ ਲੇਕਿਨ ਕਿ ਹੁਣ ਆਪਾਂ ਫਿਰ ਕਾਮਯਾਬ ਹੋ ਗਏ ਕਿ ਅੱਜ ਤੋਂ 2 ਸਾਲ ਪਹਿਲਾਂ ਆਪਾਂ ਦੇਖਿਆ ਵੀ 24 ਜੁਲਾਈ 2021 ਨੂੰ ਜਿਹੜਾ ਨਵਾਂ ਸਾਈਨ ਹੁਣ ਖੂਬਸੂਰਤ ਲੱਗਾ ਹੋਇਆ ਦੂਰੋਂ ਦਿਖਦਾ ਹੈ, ਗੁਰੂ ਨਾਨਕ ਐਮਰਜੈਂਸੀ ਡਿਪਾਰਟਮੈਂਟ, ਉਹ ਸਾਈਨ ਜਿਹੜਾ ਜੀ ਵੀ ਉਸ ਤਰੀਕੇ ਦੇ ਨਾਲ ਅਸੀਂ ਲਵਾਉਣ 'ਚ ਕਾਮਯਾਬ ਹੋਏ। ਉਹ ਇਹਨਾਂ ਚੀਜ਼ਾਂ ਤੋਂ ਮੈਂ ਇਹ ਸਿੱਟਾ ਕੱਢਦਾ ਕਿ ਇੱਕ ਵਾਰ ਇਹਨਾਂ ਨੂੰ ਕਹਿਣਾ ਕਾਫੀ ਨਹੀਂ ਹੈ, ਇਹਨਾਂ ਦੇ ਨਾਲ ਫੋਲੋ ਅਪ ਕਰਦੇ ਰਹਿਣਾ ਪੈਂਦਾ ਦੂਸਰੇ ਤੀਸਰੇ ਮਹੀਨੇ। ਫਿਰ ਕਿਹੜੇ ਲੋਕ ਨੇ ਜਿਹੜੇ 5 ਸਾਲ ਲੱਗ ਗਿਆ ਉਹਨਾਂ ਨੂੰ ਸਾਈਨ ਨੂੰ ਹੀ ਚੇਂਜ ਕਰਨ ਨੂੰ, ਅਤੇ ਕਿਹੜੇ ਲੋਕ ਫਿਰ ਸਾਡੀਆਂ ਹੋਰ ਬਾਕੀ ਸਮੱਸਿਆਵਾਂ ਦੇ ਉੱਤੇ ਕੰਮ ਕਿਵੇਂ ਕਰਨਗੇ ਉਹ ਲੋਕ? ਯੈਸ, ਇਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਜਿਹੜਾ ਹਾਈ ਲੈਵਲ ਦਾ ਸਟਾਫ ਹੈ ਜੀ, ਵਿਲੀਅਮ ਓਸਲਰ ਹੈਲਥ ਸਿਸਟਮਸ ਦਾ, ਉਹਨਾਂ ਦੇ ਨਾਲ ਅਸੀਂ ਮੀਟਿੰਗਸ ਕਰਦੇ ਸੀ, ਅਤੇ ਖਾਸ ਤੌਰ 'ਤੇ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਜਦੋਂ ਨਵੀਦ ਮੁਹੰਮਦ ਬਣੇ, ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ, ਪਾਕਿਸਤਾਨ ਦੇ ਸਾਡੇ ਭੈਣ ਭਰਾ ਸਾਰੇ ਸਮਝਦੇ ਆ ਗੁਰੂ ਨਾਨਕ ਦੇਵ ਜੀ ਕੌਣ ਆ, ਉਹਨਾਂ ਨੇ ਫਿਰ ਸਾਰਾ ਕੇਸ ਜਿਹੜਾ ਹਮਦਰਦੀ ਨਾਲ ਮੇਰੇ ਨਾਲ ਬੈਠ ਕੇ ਜਦੋਂ ਵਿਚਾਰਿਆ ਦੇਖਿਆ ਸੀ, ਅਤੇ ਉਹ ਇੱਕਦਮ ਤਿਆਰ ਹੋ ਗਏ ਕਿ ਆਪਾਂ ਕਰਦੇ ਹਾਂ। ਪਰ ਫਿਰ ਵੀ ਜਦੋਂ ਢਿੱਲੇ ਥੋੜ੍ਹੇ ਜਿਹੇ ਦਿਸੇ, ਅਤੇ ਫਿਰ ਜਿੰਨੇ 'ਚ ਅਸੀਂ ਆਫਰ ਨਹੀਂ ਕੀਤੀ ਵੀ ਇਹ ਕਰਨ 'ਤੇ ਜਿੰਨਾ ਖਰਚਾ ਆਊਗਾ ਉਹ ਅਸੀਂ ਦਿਆਂਗੇ, ਕਮਿਊਨਿਟੀ ਦੇਏਗੀ, ਉਹਨਾਂ ਚਿਰ ਸਪੀਡ ਅਪ ਨਹੀਂ ਹੋਏ। ਸਾਹਿਬ, ਮੈਂ ਫਿਰ ਇਸ ਗੱਲ ਨੂੰ ਆਏ ਨੂੰ ਮੈਂ ਦੁਬਾਰਾ ਫਿਰ ਇਸੇ ਗੱਲ 'ਤੇ ਰੁਕ ਗਿਆ। ਮੇਰੇ ਹੁਣ ਬੈਠੇ ਜ਼ਹਿਨ 'ਚ ਆਇਆ ਕਿ ਇਹ ਕਿੱਡੀ ਬਦਕਿਸਮਤੀ ਹੈ ਸਾਡੀ ਕਿ ਅਸੀਂ ਉਹਨਾਂ ਆਫੀਸ਼ੀਅਲਸ ਨੂੰ ਸਮਝਾਉਣ ਦੇ ਲਈ ਉਹਨਾਂ ਨੂੰ ਇੰਨਾ ਐਫਰਟ ਸਾਨੂੰ ਕਰਨਾ ਪੈ ਗਿਆ ਕਿ ਉਹਨਾਂ ਨੂੰ ਪਤਾ ਨਹੀਂ ਹੈ ਵੀ ਕਮਿਊਨਿਟੀ ਕਿੱਦਾਂ ਵੱਸਦੀ ਹੈ, ਜਿਹੜੇ ਅਲੱਗ-ਅਲੱਗ ਭਾਈਚਾਰੇ ਨੇ ਉਹਨਾਂ ਦੀਆਂ ਕੀ ਵੈਲਿਊਜ਼ ਨੇ, ਅਤੇ ਜੇ ਉਹਨੂੰ 5 ਸਾਲ ਲੱਗ ਗਏ ਔਰ ਫਿਰ ਉਸ ਤੋਂ ਬਾਅਦ ਸਾਡੀ ਆਪਣੀ ਕਮਿਊਨਿਟੀ ਦਾ ਹੀ ਕੋਈ ਬੰਦਾ ਆ ਕੇ ਉਹਦੇ 'ਤੇ
ਕੰਮ ਕਰਨ ਦੇ ਲਈ ਕਾਮਯਾਬ ਹੋਇਆ ਤਾਂ ਫਿਰ ਉਹ ਡਿਸਕ੍ਰਿਮੀਨੇਸ਼ਨ ਤਾਂ ਹੋ ਰਿਹਾ ਜੀ। ਗਿੱਲ ਸਾਹਿਬ ਹੋ ਰਿਹਾ, ਔਰ ਇਹਦੇ ਨਾਲ ਤੁਹਾਨੂੰ ਇਹ ਦੱਸਦੀ ਹੈ ਕਿ ਆਪੋ ਆਪਣੀਆਂ ਪ੍ਰਾਇਓਰਟੀਜ਼ ਵੀ ਹੁੰਦੀਆਂ। ਹਸਪੀਟਲ 2007 ਦੇ ਵਿੱਚ ਖੁੱਲ੍ਹਾ ਸੀਗਾ, ਉਦੋਂ ਤੋਂ ਕਮਿਊਨਿਟੀ ਇਤਰਾਜ਼ ਕਰ ਰਹੀ ਸੀ ਤੇ ਵੀ ਇੱਥੇ ਸਿਗਰਟਾਂ ਪੀ ਹੋ ਰਹੀਆਂ, ਨਾ ਦੂਰੋਂ ਪੜ੍ਹਿਆ ਨਹੀਂ ਜਾਂਦਾ, ਨਾ ਨੀਵੀਂ ਜਗ੍ਹਾ ਤੇ। ਕਈ ਲੋਕਾਂ ਨੂੰ ਲੱਗਦਾ ਹੋਵੇਗਾ ਕੋਈ ਏਡਾ ਵੱਡਾ ਮਸਲਾ ਨਹੀਂ ਜਿਹਦੇ ਤੇ ਅਸੀਂ ਸਿੰਘ ਫਸਾਈ ਬੈਠੇ ਹਾਂ। ਨਹੀਂ ਲੱਗਦਾ ਸੀ, ਬੜਬੜਿਆਂ ਨੂੰ ਲੱਗਦਾ ਸੀ, ਇਲੈਕਟਡ ਅਫੀਸ਼ੀਅਲ MPs ਤੱਕ ਨੂੰ ਲੱਗਦਾ ਸੀ, ਪਰ ਸ਼ਾਇਦ ਉਹਨਾਂ ਦੇ ਲਈ ਐਡੀ ਵੱਡੀ ਪ੍ਰਾਇਓਰਟੀ ਨਹੀਂ ਸੀ। ਪਰ ਕਿਉਂਕਿ ਵੀ ਆਪਾਂ ਨੂੰ ਲੱਗਦਾ ਸੀ ਵੀ ਅਹਿਮ ਗੱਲ ਆ ਵੀ ਜੇ ਗੁਰੂ ਸਾਹਿਬ ਦਾ ਨਾਂ ਲਿਖਿਆ ਤੇ ਉੱਚੀ ਜਗ੍ਹਾ ਤੇ ਹੋਣਾ ਚਾਹੀਦਾ, ਨਹੀਂ ਤੇ ਰਹਿਣ ਦਿਓ। ਅੱਛਾ, ਹੁਣ ਉਹ ਨੀਵੀਂ ਜਗ੍ਹਾ ਤੋਂ ਆਪਾਂ ਚੁਕਾਇਆ ਵੀ ਤੇ ਉੱਚੀ ਜਗ੍ਹਾ ਤੇ ਲਿਖੀ ਹੋ ਗਿਆ। ਜੇ ਨਾਲ ਅਗਲੇ ਪੁਆਇੰਟ ਤੇ ਤੋਰਨਾ ਹੋਵੇ, ਫਿਰ ਜਿਹੜੀਆਂ ਹੁਣ ਇਸ ਵੇਲੇ ਲੋਕਾਂ ਦੀਆਂ ਸਮੱਸਿਆਵਾਂ ਨੇ, ਫਿਰ ਸੱਚਮੁੱਚ ਉਹ ਲੋਕ ਜੇ ਉਹ ਰੋ ਰਹੇ ਨੇ ਜਾਂ ਉਹ ਜੇ ਕੰਪਲੇਨ ਕਰ ਰਹੇ ਨੇ, ਜੇ ਉਹਨਾਂ ਦਾ ਦਰਦ ਹੈ, ਤਾਂ ਦੈਟ ਮੀਨਸ ਉਹ ਸੁਣਿਆ ਨਹੀਂ ਜਾ ਰਿਹਾ ਕਿਤੇ। ਕਾਫੀ ਹੱਦ ਤੱਕ ਠੀਕ ਹੈ। ਅੱਖਾਂ ਦੇ ਉੱਤੇ ਜਾਂ ਕੰਨਾਂ ਦੇ ਉੱਤੇ ਉਹ ਬੰਦ ਕਰਕੇ ਪੱਟੀਆਂ ਲਾ ਕੇ ਬੈਠੇ ਨੇ। ਦੇਖੋ ਜਿਹੜੇ ਗ੍ਰੈਹਮ ਮੈਕਗ੍ਰੈਗਰ ਆ ਨਾ, MPP ਆ ਬਰੈਂਪਟਨ ਨਾਰਥ ਦੇ, ਉੱਥੇ ਹਸਪੀਟਲ ਇਹ ਪੈਂਦਾ, ਉਹਨਾਂ ਦੇ ਨਾਲ ਮੇਰੀ ਰੀਸੈਂਟਲੀ ਇੱਕ ਡੀਟੇਲਡ ਮੀਟਿੰਗ ਹੋ ਕੇ ਹਟੀ ਆ ਤੇ ਕਾਫੀ ਲੰਬਾ ਸਮਾਂ ਹਸਪੀਟਲ ਦੇ ਇਸ਼ੂ ਅਸੀਂ ਜਿਹੜੇ ਵਿਚਾਰਦੇ ਰਹੇ ਹਾਂ ਵੀ ਜਿਹੜੇ ਉਹ ਹਸਪੀਟਲ ਦੇ ਲਾਗੇ ਵੀ ਲੋਕ ਰਹਿੰਦੇ ਆ, ਉਹਨਾਂ ਨੂੰ ਵੀ ਕਈ ਵਾਰ ਭਰੋਸਾ ਨਹੀਂ ਹੁੰਦਾ। ਉਹ ਵੀ ਆਪਣੇ ਨਾਲ ਦੇ ਸ਼ਹਿਰ ਜਾਰਜ ਟਾਊਨ ਜਾ ਕੇ ਜਿਹੜਾ ਵੀ ਆਪਣਾ ਇਲਾਜ ਉਹ ਕਈ ਵਾਰੀ ਕਰਾਉਣਦੇ ਆ ਵੀ ਇੱਥੇ ਸਾਨੂੰ ਚੰਗੀ ਤਰ੍ਹਾਂ ਅਟੈਂਸ਼ਨ ਨਹੀਂ ਮਿਲਣੀ। ਪਰ ਕਾਫੀ ਸਾਰੇ ਪੇਸ਼ੈਂਟ ਇੱਦਾਂ ਵੀ ਉਹਦੇ ਨਾਲ ਹੀ ਆ ਜਾਂਦੇ ਆ ਜਿਹੜੇ ਕਹਿੰਦੇ ਵੀ ਬਰੈਂਪਟਨ ਹਸਪੀਟਲ ਸਾਡਾ ਖਿਆਲ ਬਹੁਤ ਵਧੀਆ ਰੱਖਿਆ ਗਿਆ ਜੀ। ਇੱਦਾਂ ਹੀ ਫਿਰ ਬਹੁਤ ਸਾਰਿਆਂ ਨੂੰ ਜਦੋਂ ਬਰੈਂਪਟਨ ਨਹੀਂ ਚੰਗਾ ਲੱਗਦਾ, ਉਹ ਵੌਨ ਜਾ ਕੇ ਉਹੀ ਲੋਕ ਬੜੇ ਖੁਸ਼ ਹੋ ਜਾਣਗੇ, ਜਾਰਜ ਟਾਊਨ ਜਾ ਕੇ ਬੜੇ ਖੁਸ਼ ਹੋ ਜਾਣਗੇ। ਮੈਂ MPP ਸਾਹਿਬ ਨੂੰ ਇਹ ਕਿਹਾ ਸੀਗਾ ਵੀ ਇੱਕ ਵਿਅਕਤੀ ਜਿਹੜਾ ਬਰੈਂਪਟਨ ਹਸਪੀਟਲ 'ਤੇ ਸ਼ਿਕਾਇਤ ਕੀਤੀ, ਉਹੀ ਵਿਅਕਤੀ ਜਾਰਜ ਟਾਊਨ ਜਾ ਕੇ ਤੇ ਵੌਨ ਜਾ ਕੇ ਬੜਾ ਸੋਹਣਾ ਖੁਸ਼, ਬੜੀ ਤਸੱਲੀ ਦੇ ਨਾਲ ਵਾਪਸ ਆ ਗਿਆ। ਦੈਟ ਮੀਨਸ ਵੀ ਉੱਥੇ ਬਰੈਂਪਟਨ ਦੇ ਵਿੱਚ ਕਿਤੇ ਨਾ ਕਿਤੇ ਸ਼ਾਇਦ ਕੋਈ ਪ੍ਰੋਬਲਮ ਹੈਗੀ ਆ। ਉਹਨਾਂ ਨੇ ਕਿਹਾ ਸੀਗਾ ਵੀ ਇੱਥੇ ਅਸੀਂ ਕੰਮ ਕਰਾਂਗੇ। ਅਸੀਂ ਜਿਹੜੀ ਪ੍ਰਾਇਓਰਟੀਜ਼ ਦੀ ਗੱਲ ਕਰ ਰਹੇ ਹਾਂ, ਪਹਿਲਾਂ ਹੁੰਦਾ ਸੀਗਾ ਵੀ ਸਾਡੀ ਕਮਿਊਨਿਟੀ ਦੇ ਜਿਹੜੇ ਵਰਕਰ ਆ ਇਹ ਹਸਪੀਟਲਸ ਦੇ ਵਿੱਚ ਨਹੀਂ ਸੀਗੇ, ਇਹਨੇ ਹੈਲਥ ਕੇਅਰ ਦੇ ਵਿੱਚ। ਹੁਣ ਤਾਂ ਇਹ ਜਿਹੜੀ ਆਪਾਂ ਗੁਰੂ ਸਾਹਿਬ ਦਾ ਨਾਂ ਉੱਚੀ ਜਗ੍ਹਾ ਲਿਖਾਉਣ ਦੇ ਲਈ ਮੈਂ ਦੇਖਿਆ ਵੀ ਵੱਡੀ ਤਾਦਾਦ ਦੇ ਵਿੱਚ ਸਾਡੀ ਕਮਿਊਨਿਟੀ ਦੇ ਲੋਕ ਉੱਥੇ ਹੈਗੇ ਨੇ ਔਰ ਰੋਜ਼ ਉੱਥੋਂ ਲੰਘਦੇ ਨੇ, ਉਹ ਵੀ ਦੇਖਦੇ ਨੇ ਵੀ ਗੁਰੂ ਸਾਹਿਬ ਦੇ ਨਾਂ ਦੀ ਬੇਅਦਬੀ ਹੋ ਰਹੀ ਆ, ਪਰ ਪ੍ਰਾਇਓਰਟੀ ਉਹਨਾਂ ਵਾਸਤੇ ਸ਼ਾਇਦ ਇਹ ਨਹੀਂ ਸੀ। ਸੋ ਇਸ ਕਰਕੇ ਜੌਬ ਮਿਲ ਜਾਣਾ ਇੱਕ ਗੱਲ ਵੱਖਰੀ ਹੈ, ਪਰ ਜਿਹੜੀਆਂ ਕਮਿਊਨਿਟੀ ਦੀਆਂ ਪ੍ਰਾਇਓਰਟੀਜ਼ ਦਾ ਖਿਆਲ ਰੱਖਣਾ ਸ਼ਾਇਦ ਉਹਨਾਂ ਨੂੰ ਰੱਖਿਆ ਤੇ ਇਸ ਕਰਕੇ ਜਾਂਦਾ ਵੀ ਕਮਿਊਨਿਟੀ ਦੀਆਂ ਪ੍ਰਾਇਓਰਟੀਜ਼ ਦਾ ਖਿਆਲ ਰੱਖਿਆ ਜਾਊਗਾ। ਅੱਛਾ, ਕੁਝ ਚੀਜ਼ਾਂ ਇੱਦਾਂ ਦੀਆਂ ਵੀ ਹੋਣਗੀਆਂ ਜਿਹੜੀਆਂ ਸਾਨੂੰ ਬਰੈਂਪਟਨ ਹਸਪੀਟਲ, ਸਿਵਿਕ ਹਸਪੀਟਲ ਦੇ ਪੁਆਇੰਟ ਆਫ ਵਿਊ ਤੋਂ ਵੀ ਲੋਕਾਂ ਤੱਕ ਪਹੁੰਚਦੀਆਂ ਕਰਨੀਆਂ ਚਾਹੀਦੀਆਂ ਨੇ। ਕਈ ਵਾਰੀ ਅਸੀਂ ਵੀ ਬਹੁਤ ਜ਼ਿਆਦਾ ਲੋੜ ਤੋਂ ਵੱਧ ਹੋ ਸਕਦਾ ਐਕਸਪੈਕਟੇਸ਼ਨਸ ਲੈ ਕੇ ਸੋਚੀ ਬੈਠੇ ਹੋਈਏ, ਤਾਂ ਜਿਹੜੀਆਂ ਉਹਨਾਂ ਦੀਆਂ ਮਜਬੂਰੀਆਂ ਨੇ, ਚਾਹੇ ਉਹ ਹੁਣ ਜਿਹੜੇ ਬੰਦੇ ਉੱਥੇ ਆਲਰੇਡੀ ਕੰਮ ਕਰ ਰਹੇ ਨੇ, ਉਹ ਤਾਂ ਇੱਕ ਲਿਮਿਟ ਤੱਕ ਹੀ ਆਪਣਾ ਕੰਮ ਨਿਭਾ ਸਕਦੇ ਨੇ, ਕਿਉਂਕਿ ਉਹਨਾਂ ਦੇ ਲਈ ਵੀ ਪ੍ਰੋਬਲਮ ਨਾਲ ਹੀ ਖੜੀ ਹੈ ਕਿ ਸ਼ਾਰਟੇਜ ਆਫ ਸਟਾਫ ਹੈ, ਸ਼ਾਰਟੇਜ ਆਫ ਡਾਕਟਰਸ ਹੈ, ਜਾਂ ਹੋਰ ਇਕਵਿਪਮੈਂਟਸ ਦੀ ਜਾਂ ਰਿਸੋਰਸਿਸ ਦੀ, ਜਾਂ ਰੂਮ ਖਾਲੀ ਨਹੀਂ ਹੈਗੇ, ਤਾਂ ਉਹਨਾਂ ਦੀਆਂ ਲਿਮਿਟੇਸ਼ਨਸ ਵੀ ਹੋਣਗੀਆਂ। ਉਹਨੂੰ ਅਸੀਂ ਕਿਵੇਂ ਸਮਝੀਏ? ਦੇਖੋ ਜੀ, ਜਿਹੜੀ ਸ਼ਾਰਟੇਜ ਹੈ ਨਾ, ਇਹ ਅਕਿਊਟ ਲੱਗਦੀ ਆ ਵੀ ਹਰ ਵਾਰ ਜਦੋਂ ਸ਼ਿਕਾਇਤਾਂ ਜਦੋਂ ਤੋਂ ਹਸਪੀਟਲ ਬਣਿਆ 2007 ਜਦੋਂ ਖੁੱਲ੍ਹਾ ਸੀਗਾ, ਉਸੇ ਵੇਲੇ ਮੌਤਾਂ ਹੋਣ ਦੀਆਂ ਖਬਰਾਂ ਤੇ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਅੱਛਾ, ਉਦੋਂ ਤੋਂ ਲੈ ਕੇ ਹੁਣ ਤੱਕ ਜਾਣੀ ਉਹ ਸ਼ਿਕਾਇਤਾਂ ਦਾ ਸਿਲਸਿਲਾ ਰੁਕਿਆ ਨਹੀਂ। ਅੱਜ ਤੁਸੀਂ ਦੇਖੋ ਵੀ 2023 ਚੱਲ ਰਿਹਾ ਤੇ 16 ਸਾਲ ਹੋ ਗਏ ਆ। ਸੋ ਇਹਦਾ ਲੱਗਦਾ ਵੀ ਇਹ ਜਿਹੜੀਆਂ ਸਮੱਸਿਆਵਾਂ ਸ਼ਾਇਦ ਇੱਦਾਂ ਹੀ ਜੇ ਚੱਲੀਆਂ ਆ ਰਹੀਆਂ ਤੇ ਇੱਦਾਂ ਹੀ ਗਾਂਹ ਚੱਲਣਗੀਆਂ। ਜਦੋਂ ਅਸੀਂ MPP ਸਾਹਿਬਾਨਾਂ ਨਾਲ ਗੱਲ ਕਰਦੇ ਹਾਂ, ਜਿੱਦਾਂ ਸਿਟੀ ਦੇ ਕਿਸੇ ਅਫੀਸ਼ੀਅਲ ਨਾਲ ਗੱਲ ਕਰੀਏ ਤੇ ਉਹ ਅਪੀਲ ਪੁਲਿਸ ਦੀਆਂ ਸਿਫਤਾਂ ਬਹੁਤ ਕਰਨਗੇ, ਪਰ ਜੇ ਕਦੀ ਕਹੀਏ ਵੀ ਕੋਈ ਪਰਫਾਰਮੈਂਸ ਆਡਿਟ ਵੀ ਕੀਤਾ ਵੀ ਚਲੋ ਠੀਕ ਆ, ਬਹੁਤ ਵਧੀਆ ਗੱਲ ਆ, ਸਿਫਤਾਂ ਕਰਨੀਆਂ ਚੰਗੀ ਗੱਲ ਆ, ਪਰ ਲੋਕ ਜਿਹੜੇ ਕੁਰਲਾ ਪੈ ਰਹੇ ਵੀ ਅਸੀਂ ਫੋਨ ਕਰਦੇ ਹਾਂ ਤੇ ਉਹ ਕਹਿੰਦੇ ਵੀ ਨਹੀਂ ਬਰੈਂਪਟਨ ਚੰਗਾ ਲੱਗਦਾ, ਛੱਡ ਕੇ ਤੇ ਹੋਰ ਚੱਲ ਜਾਓ, ਵੀ ਇਹ ਕੋਈ ਰਿਸਪੌਂਸ ਨਹੀਂ ਹੈਗਾ। ਵੀ ਇੱਕ ਪਾਸੇ ਤੁਸੀਂ ਟੈਕਸ ਪੇਅਰ ਦੇ ਡਾਲਰ ਤੇ ਤਨਖਾਹਾਂ ਲੈ ਰਹੇ ਹੋ, ਜੋਬਾਂ ਚਲਾ ਰਹੇ ਹੋ, ਬੈਨੀਫਿਟ ਲੈ ਰਹੇ ਹੋ, ਤੇ ਜੇ ਫੋਨ ਆਇਆ ਤਾਂ ਤੁਸੀਂ ਅੱਗੋਂ ਕਹਿ ਰਹੇ ਹੋ ਵੀ ਜੇ ਨਹੀਂ ਚੰਗਾ ਲੱਗਦਾ ਛੱਡ ਕੇ ਕਿਤੇ ਹੋਰ ਚੱਲ ਜਾਓ। ਸੋ ਡਜ਼ਨਟ ਮੇਕ ਐਨੀ ਸੈਂਸ। ਸੋ ਮੈਂ ਇਹ ਸਮਝਾਂਗਾ ਜੀ ਵੀ ਥੋੜ੍ਹਾ ਜਿਹਾ ਇਹ ਲੋਕਾਂ ਦੀ ਆਊਟਕ੍ਰਾਈ ਨੂੰ ਮੋਰ ਸੀਰੀਅਸਲੀ ਲੈਣ ਦੀ ਲੋੜ ਆ, ਭਾਵੇਂ ਉਹ ਸਾਡੇ ਕੋਈ ਵੀ ਇਲੈਕਟਡ ਅਫੀਸ਼ੀਅਲ ਹੋਣ ਜਾਂ ਅਦਰਵਾਈਜ਼ ਐਡਮਿਨਿਸਟ੍ਰੇਸ਼ਨ ਹੋਵੇ। ਪਰ ਲੋਕਾਂ ਨੂੰ, ਭੈਣ ਭਰਾਵਾਂ ਨੂੰ ਇਹ ਬੇਨਤੀ ਆ ਵੀ ਆਪਣੇ ਤਰੀਕੇ ਸਲੀਕੇ ਦੇ ਨਾਲ ਆਵਾਜ਼ ਬੁਲੰਦ ਕਰਨਾ ਜ਼ਰੂਰ ਜਾਰੀ ਰੱਖਣਾ, ਕਿਉਂਕਿ 2-3 ਆਪਣੇ ਇਹ 1 ਮੈਨ ਆਰਮੀ ਦੇ ਵਿੱਚ ਮੈਂ ਦੇਖਿਆ ਵੀ ਪ੍ਰੋਜੈਕਟ ਜਿਨ੍ਹਾਂ 'ਚ ਕਾਮਯਾਬੀ ਮਿਲੀ ਆ ਵੀ ਤੁਸੀਂ ਤਰੀਕੇ ਸਲੀਕੇ ਨਾਲ ਜਿਹੜਾ ਜੀ ਵੀ ਕੰਸਰਨ ਜਿਹੜਾ ਜਾਇਜ਼ ਆ ਉਹਨਾਂ ਨੂੰ ਵੀ ਦੱਸਦਾ ਵੀ ਲੋਕਾਂ ਦੀ ਆਵਾਜ਼ ਹੈ, ਬੰਦਾ ਠੀਕ ਕੰਮ ਕਰ ਰਿਹਾ, ਤੇ ਫਿਰ ਉਹਨਾਂ ਨੂੰ ਆਪਣੇ ਆਪ ਹੀ ਜਿਹੜਾ ਜੀ ਵੀ ਕੁਛ ਨਾ ਕੁਛ ਉਹਦਾ ਸੋਲੂਸ਼ਨ ਕੱਢਣਾ ਪੈਂਦਾ। ਸੋ ਇਸ ਕਰਕੇ ਅਸੀਂ ਆਦਤ ਇਹ ਬਣਾਈ ਹੋਈ ਆ ਵੀ ਅਸੀਂ ਸਾਲੋ ਸਾਲ ਤੁਰੇ ਹੀ ਜਾਣਾ, ਭੈਣ ਭਰਾਵਾਂ ਦੇ ਇਸ਼ੂ ਉਠਾਈ ਜਾਣੇ ਆ। ਜੇ 100 ਇਸ਼ੂ ਲੈ ਕੇ ਚੱਲੇ ਸੀ ਤੇ ਹੋ ਸਕਦਾ ਅਸੀਂ 90 ਹੱਲ ਕਰਨ 'ਚ ਹੱਲ ਜਿਹੜਾ ਸਫਲ ਹੋ ਜਾਈਏ, ਪਰ ਜੇ ਅਸੀਂ ਇੱਕ ਵਾਰ ਉਠਾ ਕੇ ਚੁੱਪ ਕਰ ਜਾਵਾਂਗੇ ਤੇ ਹੋ ਸਕਦਾ ਅਸੀਂ 2 ਹੀ ਮਸੀਂ ਹੱਲ ਕਰਾ ਸਕੀਏ। ਸੋ ਇਸ ਕਰਕੇ ਉਹਦੇ ਵਿੱਚ ਕੰਟੀਨਿਊਟੀ ਬਹੁਤ ਜ਼ਰੂਰੀ ਹੈ। ਅੱਛਾ, ਇਹਦੇ 'ਚ ਇੱਕ ਚੀਜ਼ ਹੋਰ, ਮੈਨੂੰ ਪਤਾ ਸਮਾਂ ਫਿਰ ਆਪਣਾ ਸੀਮਤ ਹੋ ਰਿਹਾ, ਮੈਂ ਜੇ ਹੋਰ ਵੀ 2-3 ਪੁਆਇੰਟਸ ਹਨ ਜਿਹੜੇ ਕਵਰ ਕਰਨੇ ਚਾਹੁੰਦਾ ਸੀ, ਪਰ ਜੇ ਲੋਕਾਂ ਦੇ ਵੱਲੋਂ ਹੁਣ ਜਦੋਂ ਕਿਤੇ ਕੰਸਰਨ ਆਉਂਦੇ ਆ, ਚਾਹੇ ਉਹ ਬਰੈਂਪਟਨ ਸਿਵਿਕ ਹਸਪੀਟਲ ਦੇ ਨਾਲ ਹੈ ਜਾਂ ਫਿਰ ਸਕੂਲ ਬੋਰਡ ਨਾਲ ਸੰਬੰਧਿਤ ਹੈ, ਕਿਸੇ ਵੀ ਤਰ੍ਹਾਂ ਦੇ ਕੋਈ ਮਸਲੇ ਆਉਂਦੇ ਆ, ਤੁਸੀਂ ਕੀ ਨੋਟਿਸ ਕੀਤਾ ਹੈ ਕਿ ਕੀ ਲੋਕ ਆਪਣੀ ਜ਼ਿੰਮੇਵਾਰੀ ਸਿਰਫ ਰੇਡੀਓਜ਼ 'ਤੇ, ਟਾਕ ਸ਼ੋਜ਼ 'ਤੇ ਜਾਂ ਆਪਣੀਆਂ ਸੱਥਾਂ ਦੇ ਵਿੱਚ ਬੈਠ ਕੇ ਜਾਂ ਦੋਸਤਾਂ ਮਿੱਤਰਾਂ ਤੱਕ ਕੰਪਲੇਨਸ ਕਰਕੇ, ਗੱਲ ਕਰਕੇ ਸੀਮਤ ਹੋ ਜਾਂਦੇ ਆ, ਕਿ ਜਾਂ ਉਹਨੂੰ ਅਗਲੀ ਸਟੇਜ 'ਤੇ ਲੈ ਕੇ ਜਾਣ ਲਈ ਡਾਕੂਮੈਂਟ ਕਰਨ ਦੇ ਵਿੱਚ ਵੀ ਕੰਮ ਕਰਦੇ ਆ? ਮੈਨੂੰ ਗੱਲ ਸਭ ਇੱਦਾਂ ਲੱਗਾ ਵੀ ਇਹ ਜਿਹੜਾ ਵੀ ਅਸੀਂ ਲੰਬਾ ਸਮੇਂ ਦੌਰਾਨ ਸਾਡੀਆਂ ਸਮੱਸਿਆਵਾਂ ਬਾਅਦ ਇਸ ਕੰਟਰੀ ਦੇ ਵਿੱਚ ਇਸ ਕਰਕੇ ਗਈਆਂ, ਸਿਸਟਮ ਵੀ ਬਹੁਤ ਸਾਰੇ ਇਸ ਕਰਕੇ ਬਰੋਕ ਹੋ ਗਏ
ਕਿ ਸਾਡੇ ਸਾਹਮਣੇ ਜਿਹੜੇ ਕਰਪਟ ਲੋਕ ਸੀ ਉਹ ਕਰਪਸ਼ਨ ਕਰਦੇ ਰਹੇ ਅਤੇ ਅਸੀਂ ਮਾੜੀਆਂ ਮੋਟੀਆਂ ਰੇਡੀਓ 'ਤੇ ਆ ਕੇ ਗੱਲ ਕਰ ਗਏ, ਟੈਲੀਵਿਜ਼ਨ 'ਤੇ ਕਰ ਗਏ, ਆਪਸ ਵਿੱਚ ਗੱਲਾਂ ਕਰ ਲਈਆਂ। ਅਸੀਂ ਉਸ ਸਿਸਟਮ ਦੀ ਸਹਾਇਤਾ ਨਾ ਲਈ ਜਾਂ ਉਸ ਸਿਸਟਮ ਦੀ ਸਹਾਇਤਾ ਨਾ ਕੀਤੀ ਜਿਹਦੇ ਕਰਕੇ ਇੱਥੋਂ ਦੇ ਲੋਕਾਂ ਨੇ ਇਸ ਮੁਲਕ ਨੂੰ ਨੰਬਰ 1 ਬਣਾ ਕੇ ਰੱਖਿਆ ਸੀ ਕਿ ਸਿਸਟਮ ਇਹਨਾਂ ਨੇ ਐਸਾ ਤਕੜਾ ਬਣਾਇਆ ਹੋਇਆ ਸੀਗਾ ਵੀ ਆਪਸ ਵਿੱਚ ਲੜਨ ਦੀ ਬਜਾਏ ਜਿੱਥੇ ਕਿਤੇ ਗਲਤ ਹੁੰਦਾ ਨਜ਼ਰ ਆਉਂਦਾ ਸੀ ਉੱਥੇ ਐਨੋਨਿਮਸ ਜਿਹੜਾ ਜੋ ਵੀ ਗੁਪਤ ਰਹਿ ਕੇ ਭੈਣ ਭਰਾ ਆਪੇ ਹੀ ਸ਼ਿਕਾਇਤ ਕਰ ਦਿੰਦੇ ਸੀਗੇ, ਆਪੇ ਹੀ ਸਿਸਟਮ ਆ ਕੇ ਉਹਨਾਂ ਨੂੰ ਠੀਕ ਕਰ ਲੈਂਦਾ ਸੀਗਾ ਅਤੇ ਅਗਲੇ ਬੰਦੇ ਦੀ ਗਾਂਹ ਜ਼ਰੂਰਤ ਨਹੀਂ ਸੀ ਪੈਂਦੀ। ਜਿਸ ਕਰਕੇ ਵੀ ਇਹ ਜਿਹੜੇ ਪੱਛਮੀ ਸਮਾਜ ਆ ਇਹ ਅੱਗੇ ਵਧੇ ਵੀ ਇਹਨਾਂ ਨੇ ਸਿਸਟਮ ਚੁਸਤ ਦਰੁਸਤ ਰੱਖਿਆ ਸੀ, ਕੰਪਲੇਂਟ ਸਿਸਟਮ ਸਟਰੋਂਗ ਸੀ ਅਤੇ ਲੋਕ ਜਿਹੜੇ ਅੱਜ ਵੀ ਉਸ ਦੀ ਵਰਤੋਂ ਕਰਕੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਬਣਦੇ ਤੇ ਸੀਗੇ, ਸਾਥ ਦਿੰਦੇ ਸੀ ਅਤੇ ਸਮੱਸਿਆਵਾਂ ਨਾਲ ਦੀ ਨਾਲ ਹੱਲ ਹੋ ਜਾਂਦੀਆਂ ਸੀਗੀਆਂ ਜੇ ਪੈਦਾ ਹੁੰਦੀਆਂ ਵੀ ਸੀ ਤਾਂ। ਪਰ ਅਸੀਂ ਦੇਖਿਆ ਵੀ ਸਾਡੀ ਕਮਿਊਨਿਟੀ 'ਚ ਸਾਡੇ ਸਾਹਮਣੇ ਇਹ LMIਆਂ ਵਿਕਦੀਆਂ, ਅਸੀਂ ਆਪਸ ਵਿੱਚ ਹੀ ਗੱਲਾਂ ਕਰੀ ਜਾਂਦੇ, ਰੇਡੀਓ 'ਤੇ ਡਿਸਕਸ਼ਨ ਕਰੀ ਜਾਂਦੇ ਹਾਂ। ਅਸੀਂ ਉਹ ਜਿੱਥੇ ਕਹਿੰਦੇ ਆ ਵੀ ਸਾਨੂੰ ਆ ਕੇ ਸ਼ਿਕਾਇਤ ਕਰੋ, ਅਨੋਨਿਮਸ ਕਰੋ, ਕੋਈ ਸਬੂਤ ਦੀ ਲੋੜ ਨਹੀਂ, ਕੋਈ ਤੁਹਾਨੂੰ ਕੇਸ ਲੜਨ ਦੀ ਲੋੜ ਨਹੀਂ, ਸਬੂਤ ਅਸੀਂ ਆਪ ਪੈਦਾ ਕਰਾਂਗੇ, ਸਾਨੂੰ ਜਿਹੜੀ ਟਰੂਥਫੁਲ ਇਨਫੋਰਮੇਸ਼ਨ ਦੇ ਦਿਓ ਵੀ ਆ ਫਲਾਨੀ ਜਗ੍ਹਾ 'ਤੇ ਵਿਕਦੀ, ਬਾਕੀ ਕੰਮ ਸਾਡਾ ਆ। ਵੀ ਇੱਦਾਂ ਭੈਣ ਭਰਾ ਕੋਈ ਕਰਦਾ ਹੀ ਨਹੀਂ ਆ। ਹੁਣ ਕਿੰਨੇ MP ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਉਹ ਕਹਿੰਦੇ ਜੀ ਵੀ ਸਾਨੂੰ ਲੋਕਾਂ ਨੇ ਕਦੀ ਦੱਸਿਆ ਹੀ ਨਹੀਂ ਆ। ਹੁਣ ਅਸੀਂ ਇਹ ਵੀ MPਆਂ ਦਾ ਦੇਖਿਆ ਵੀ MPਆਂ ਨੂੰ ਜੇ ਕੋਈ ਈਮੇਲ ਭੇਜੇ ਵੀ LMI ਦਾ ਫਰਾਡ ਚੱਲ ਰਿਹਾ, ਉਹਦਾ ਉਹਨਾਂ ਨੇ ਜਵਾਬ ਨਹੀਂ ਦੇਣਾ। ਪਰ ਜੇ ਉਹਨਾਂ ਨੂੰ ਕਹੇ ਜੀ ਵੀ ਫਲਾਨੀ ਜਗ੍ਹਾ 'ਤੇ ਆ ਕੇ ਝੰਡਾ ਚਲਾ ਜਾਓ, ਉਹਨੂੰ ਹਾਂ ਪੱਖੀ ਜਵਾਬ ਵੀ ਦਿੱਤਾ ਜਾਊਗਾ, ਤੁਰੰਤ ਨਾਲ ਕਿਹਾ ਜਾਊਗਾ ਵੀ ਸਰਟੀਫਿਕੇਟ ਚਾਹੀਦਾ ਤੇ ਦੱਸੋ। ਸੋ ਇਸ ਕਰਕੇ ਥੋੜ੍ਹਾ ਜਿਹਾ ਸਾਡੇ ਇਲੈਕਟਡ ਅਫੀਸ਼ੀਅਲ ਵੀ ਸ਼ਾਇਦ ਚਾਹੁੰਦੇ ਆ ਵੀ ਜਿਹੜੇ ਲੋਕ ਸਾਡੀਆਂ ਸਿਫਤਾਂ ਕਰਦੇ ਉਹ ਬਹੁਤ ਵਧੀਆ ਲੋਕ ਆ, ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਉਠਾ ਕੇ ਸਾਡੇ ਸਾਹਮਣੇ ਲਿਆਉਂਦੇ ਆ ਵੀ ਸ਼ਾਇਦ ਉਹ ਚੰਗੇ ਲੋਕ ਨਹੀਂ ਹੈ। ਪਰ ਅਪਾਰਟ ਫਰੋਮ ਦੈਟ ਆਪਾਂ ਚਾਹਾਂਗੇ ਕਿ ਜਿਹੜੀ ਸਮੱਸਿਆ ਕਰਕੇ ਘੁਣ ਵਾਂਗੂ ਕਰਪਸ਼ਨ ਸਾਡੇ ਮੁਲਕ ਨੂੰ ਖਾ ਰਹੀ ਹੈ ਉਹਨੂੰ ਅਸੀਂ ਜਿੱਥੇ ਵੀ ਪਲੇਟਫਾਰਮ ਢੁਕਵਾਂ ਹੈਗਾ ਉਠਾਉਂਦੇ ਰਹੇ ਹਾਂ ਅਤੇ ਉਠਾਉਂਦੇ ਰਹਿਣਾ, ਜਿਹਦੇ ਕਰਕੇ ਇਹ ਅੱਜ ਵੀ ਹੁਣ ਕੋਈ ਨਾ ਕੋਈ ਅੱਜ ਇੱਕ ਅਨਾਊਂਸਮੈਂਟ ਫੈਡਰਲ ਗਵਰਨਮੈਂਟ ਤੋਂ ਆਈ ਆ ਵੀ ਥੋੜ੍ਹਾ ਮੋਡੀਫਾਈ ਕਰ ਰਹੇ ਆ LMI ਸਿਸਟਮ ਨੂੰ। ਸੋ ਜਿਸ ਕਰਕੇ ਲੱਗਦਾ ਜੀ ਵੀ ਕਿਤੇ ਨਾ ਕਿਤੇ ਤੁਸੀਂ ਪੱਥਰ 'ਤੇ ਵੀ ਪਾਣੀ ਪਾਉਂਦੇ ਰਹੋ ਅਤੇ ਇਹ ਨਿਸ਼ਾਨ ਪੈਣਾ ਸ਼ੁਰੂ ਹੁੰਦਾ। ਸੋ ਅਸੀਂ ਜੇ ਸਮੱਸਿਆਵਾਂ ਉਠਾਉਣੀਆਂ ਜਾਰੀ ਰੱਖਦੇ ਤਾਂ ਕਿਤੇ ਨਾ ਕਿਤੇ ਨਿਸ਼ਾਨ ਫਰਕ ਪੈ ਕੇ ਰਹਿੰਦਾ ਜੀ। ਰਾਈਟ ਜੋਲ ਸਾਹਿਬ, ਬਹੁਤ ਸ਼ੁਕਰੀਆ ਸਰ, ਧੰਨਵਾਦ, ਥੈਂਕ ਯੂ। ਅਤੇ ਮੈਂ ਸਿਰਫ 1 ਮਿੰਟ ਦੇ ਵਿੱਚ ਤੁਹਾਡੇ ਕੋਲੋਂ ਕਮੈਂਟ ਲੈਣਾ ਚਾਹਾਂਗਾ। ਇਸ ਵੇਲੇ ਹੁਣ ਕਬੱਡੀ ਨੂੰ ਲੈ ਕੇ ਸਾਡੀ ਕਮਿਊਨਿਟੀ, ਸਾਡਾ ਭਾਈਚਾਰਾ ਪੂਰਾ ਉਤਸ਼ਾਹਿਤ ਸੀ। ਸੇਮ ਟਾਈਮ ਦੇ ਉੱਪਰ ਹੁਣ ਕੈਨੇਡਾ ਕਬੱਡੀ ਕੱਪ 12 ਅਗਸਤ ਨੂੰ ਜਿਹੜਾ ਹੋ ਰਿਹਾ ਉਹਦੇ ਕਰਕੇ ਵੀ ਤਿਆਰੀਆਂ ਚੱਲ ਰਹੀਆਂ ਨੇ। ਪਰ ਜਿਹੜੇ ਸਾਡੇ ਲੋਕਲ ਟੂਰਨਾਮੈਂਟ ਹੋਏ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਨਿਰਾਸ਼ਾ ਰਹੀ ਹੈ ਕਲੱਬਸ ਜਾਂ ਫੈਡਰੇਸ਼ਨ ਨੂੰ ਕਿ ਬਹੁਤਾ ਜ਼ਿਆਦਾ ਕਮੋਡੇਟ ਨਹੀਂ ਕੀਤਾ ਗਿਆ ਸਿਟੀ ਵੱਲੋਂ। ਇੱਕ ਸਟੇਜ ਦੇ ਉੱਤੇ ਆ ਕੇ ਸਾਨੂੰ ਗਰਾਊਂਡ ਛੱਡ ਕੇ, ਬਰੈਂਪਟਨ ਛੱਡ ਕੇ ਬਾਹਰ ਭੱਜਣਾ ਪਿਆ, ਪਰ ਫਿਰ ਉੱਥੋਂ ਫਿਰ ਵਾਪਸੀ ਕਿਵੇਂ ਹੋਈ, ਕੀ ਹੋਇਆ, ਉਹ ਵੀ ਇੱਕ ਅਗਲੀ ਡਿਸਕਸ਼ਨ ਬਣ ਜਾਣੀ ਹੈ। ਅਤੇ ਫਿਰ ਇਸ ਗੱਲ ਨੂੰ ਕਿਵੇਂ ਦੇਖ ਰਹੇ ਹੋ ਔਰ ਭਾਈਚਾਰਾ ਇਹਦੇ 'ਤੇ ਕੀ ਕੰਮ ਕਰੇ? ਦੇਖੋ ਜੀ, ਲੱਗਦਾ ਵੀ ਸਭ ਤੋਂ ਪਹਿਲਾਂ ਤਾਂ ਏਕਤਾ ਦੇ ਵਿੱਚ ਕਹਿੰਦੇ ਨਾ ਬਲ ਹੁੰਦਾ। ਇੱਕ ਤਾਂ ਸਾਡੇ ਵਿੱਚ ਯੂਨਿਟੀ ਦੀ ਲੋੜ ਆ, ਦੂਸਰਾ ਇਹ ਆ ਵੀ ਸਾਨੂੰ ਸਿਸਟਮ ਫੋਲੋ ਕਰਨ ਦੀ ਲੋੜ ਆ। ਬਹੁਤ ਸਾਰੀਆਂ ਹੋਰ ਖੇਡਾਂ ਦੇ ਵਿੱਚ ਆਪਾਂ ਦੇਖਿਆ ਵੀ ਜਿਹੜਾ ਕਮਿਊਨਿਟੀਜ਼ ਨੇ ਸਿਸਟਮ ਦੇ ਵਿੱਚ ਜਾ ਕੇ ਸਿਟੀ ਨੂੰ, ਰੀਜਨ ਨੂੰ, ਬਾਕੀ ਪ੍ਰੋਵਿੰਸ ਨੂੰ ਨਾਲ ਜੋੜ ਲਿਆ, ਉਹਨਾਂ ਨੂੰ ਜਿਹੜਾ ਜੀ ਵੀ ਉੱਥੋਂ ਸਹਾਇਤਾ ਵੀ ਮਿਲ ਰਹੀ ਆ ਅਤੇ ਉਹਨਾਂ ਦੀਆਂ ਖੇਡਾਂ ਵੀ ਜਿਹੜੀਆਂ ਬੈਟਰ ਆਰਗੇਨਾਈਜ਼ ਹੋ ਰਹੀਆਂ ਹੈ ਨਾ। ਸੋ ਅਸੀਂ ਹੁਣ ਕਬੱਡੀ ਦੇ ਵਿੱਚ ਸਾਡੇ ਕਲੱਬ ਇੰਨਾ ਹਾਰਡ ਵਰਕ ਕਰ ਰਹੇ ਆ, ਇੰਨੇ ਸਾਡੇ ਜਿਹੜੇ ਵੀ ਕਬੱਡੀ ਦੇ ਖਿਡਾਰੀ ਸ਼ਾਨਦਾਰ ਹੈ, ਉਹਨਾਂ ਨੂੰ ਵੀ ਇਹ ਸਾਰੀ ਜਿਹੜੀ ਆ ਜੀ ਵੀ ਇਹ ਗਵਰਨਮੈਂਟ ਦੀਆਂ ਸਹਾਇਤਾ ਦੀ ਲੋੜ ਆ। ਉਹਦੇ ਨਾਲ ਸਾਡੀ ਖੇਡ ਕਬੱਡੀ ਹੋਰ ਜ਼ਿਆਦਾ ਚਮਕ ਸਕਦੀ ਆ। ਪਰ ਉਹਦੇ ਵਿੱਚ ਸਿਰਫ ਇੰਨਾ ਹੀ ਲੱਗਦਾ ਵੀ ਕੁਝ ਕੁ ਜਿਹੜੀਆਂ ਇਹ ਚੀਜ਼ਾਂ ਕਿੰਤੂ ਪਰੰਤੂ ਕੀਤਾ ਜਾਂਦਾ ਵੀ ਅਸੀਂ ਟਿੱਕੀਆਂ ਖੋਲ੍ਹਣ ਦੇ ਆਦਿ ਅਸੀਂ ਰੂਲ ਨਹੀਂ ਫੋਲੋ ਕਰਦੇ ਜੀ, ਇਸ ਤਰ੍ਹਾਂ ਦੇ। ਪਰ ਉਹ ਤਾਂ ਸਾਰੀਆਂ ਕਮਿਊਨਿਟੀ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਰ ਵੀ ਹੋ ਰਿਹਾ ਹੋਊਗਾ। ਪਰ ਅਸੀਂ, ਮੈਨੂੰ ਲੱਗਦਾ ਵੀ ਜ਼ਰੂਰ ਇਹ ਦੇਖੀਏ ਵੀ ਅਸੀਂ ਬੈਟਰ ਕਰਨ ਇਸ ਕੰਟਰੀ ਦੇ ਵਿੱਚ ਆਏ ਸੀ, ਬੈਟਰ ਕਰਨ ਆਏ ਸੀ ਅਤੇ ਇੱਕ ਵਾਰੀ ਇਹ ਡਿੱਗੀਆਂ ਵਾਲੇ ਕਲਚਰ 'ਤੇ ਥੋੜ੍ਹਾ ਜਿਹਾ ਆਪਾਂ ਦੇਖੀਏ, ਵਿਚਾਰ ਕਰ ਲਈਏ ਜੇ ਕੋਈ ਨਹੀਂ ਚੰਗੀ ਗੱਲ ਚੱਲ ਰਹੀ ਤਾਂ। ਅਤੇ ਦੂਸਰਾ ਇਹ ਹੈ ਜੀ ਵੀ ਸਾਡੇ ਜਿੰਨੇ ਵੀ ਕਲੱਬ ਆ, ਜਿੰਨੇ ਵੀ ਇੱਕ ਸੁਰਤਾ ਦੇ ਨਾਲ ਯੂਨਾਈਟਡ ਹੋ ਕੇ, ਪਾਵਰਫੁਲ ਹੋ ਕੇ ਆਪਣਾ ਜਿਹੜਾ ਕੇਸ ਆ ਸਿਟੀ ਕੋਲ ਅਤੇ ਜਾਂ ਫਿਰ ਪ੍ਰੋਵਿੰਸ ਕੋਲ ਜਾਂ ਫੈਡਰਲ ਗਵਰਨਮੈਂਟ ਕੋਲ ਪੇਸ਼ ਕਰਨਗੇ, ਉਹਦਾ ਜਿਹੜਾ ਅਸਰ ਆ ਜੀ ਵੀ ਉਹ ਇਕਸਾਰ ਪੈਂਦਾ ਨਜ਼ਰ ਆਊਗਾ। ਪਰ ਜਿੰਨੇ ਅਸੀਂ ਫੁੱਟ ਦਾ ਸ਼ਿਕਾਰ ਹੋਵਾਂਗੇ ਉਹਨਾਂ ਚਿਰ ਫਿਰ ਜਿਹੜਾ ਜੀ ਆਪੋ ਆਪਣੀ ਡੁੱਗੀ ਇਹਦੇ 'ਤੇ ਮੈਨੂੰ ਲੱਗਦਾ ਜੋਲ ਸਾਹਿਬ ਆਪਾਂ ਇੱਕ ਦਿਨ ਲੰਬੀ ਗੱਲਬਾਤ ਕਰੀਏ, ਸਪੈਸ਼ਲੀ ਇਸੇ ਮੁੱਦੇ ਨੂੰ ਲੈ ਕੇ। ਤੁਹਾਨੂੰ ਵੀ ਔਰ ਕੁਛ ਹੋਰ ਸਾਡੇ ਜਿਹੜੇ ਨੁਮਾਇੰਦੇ ਨੇ ਜਾਂ ਫੈਡਰੇਸ਼ਨ ਤੋਂ ਵੀ ਹੁਣ ਵਿਹਲੇ ਹੋ ਲੈਂਦੇ ਨੇ ਇੱਕ ਵਾਰੀ, ਦੇਖਦੇ ਹਾਂ ਅਗਲੇ ਸਾਲਾਂ ਦੇ ਲਈ ਕੀ ਤਿਆਰੀ ਕਰਦੇ ਹਾਂ। ਗਿੱਲ ਸਾਹਿਬ, ਜਾਂਦੇ ਮੈਂ ਇਹ ਦੱਸਦੇ ਹਾਂ ਵੀ ਅਸੀਂ ਕਬੱਡੀ ਆਪਣੇ ਸਕੂਲਾਂ ਦੇ ਵਿੱਚ ਅਗਲੇ ਸਾਲ ਜਾਰੀ ਕਰਾਉਣ ਦਾ ਇਰਾਦਾ ਬਣਾਇਆ ਹੋਇਆ ਜੀ। ਇੱਕ ਤਾਂ ਪੰਜਾਬੀ ਭਾਸ਼ਾ ਲਿਆ ਰਹੇ ਹਾਂ ਜੀ, ਪੰਜਾਬੀ ਸਾਡੇ ਵਾਰਡ 9-10 ਦੇ ਜਿਹੜਾ ਜੀ ਸੈਸ਼ਨ ਤੋਂ ਸੈਪਟੰਬਰ ਤੋਂ, ਹਾਂਜੀ, ਇਹ ਵੈਸਾ ਜਿਹੜਾ ਹੁਣ 16 ਸਤੰਬਰ ਤੋਂ ਅਗਲਾ ਜਿਹੜੀ ਕਲਾਸ ਹੈ ਪੰਜਾਬੀ ਦੀ ਸਾਡੇ ਇਹ ਵਾਰਡ 9 ਦੇ ਇੱਕ ਸਕੂਲ ਦੇ ਵਿੱਚ ਅਤੇ ਵਾਰਡ 10 ਦੇ 2 ਸਕੂਲਾਂ ਦੇ ਵਿੱਚ, ਸੰਦਲਵੁੱਡ ਅਤੇ ਕੈਸਲਬਰਗ ਸਕੂਲ ਦੇ ਵਿੱਚ ਸ਼ੁਰੂ ਹੋ ਜਾਏਗੀ ਸਾਡੇ ਇੰਟਰਨੈਸ਼ਨਲ ਲੈਂਗੁਏਜਿਸ ਪ੍ਰੋਗਰਾਮ ਦੇ ਤਹਿਤ। ਉਹਦੇ ਵਿੱਚ ਅਸੀਂ ਹੁਣ ਲੂਈਸ ਹਾਰਬਰ ਸਕੂਲ ਦੇ ਵਿੱਚ ਇਹ ਵੀ ਪੰਜਾਬੀ ਜਾਂ ਬਾਕੀ ਇੰਟਰਨੈਸ਼ਨਲ ਲੈਂਗੁਏਜਿਸ ਲਿਆਉਣਾ ਚਾਹੁੰਦੇ ਹਾਂ। ਪਰ ਲਿਆ ਅਸੀਂ ਤਾਂ ਸਕਾਂਗੇ ਜੇ ਸਾਡੇ ਬਾਕੀ ਦੇ 3 ਸਕੂਲਾਂ ਦੇ ਵਿੱਚ ਜਿਹੜੇ ਸਟੂਡੈਂਟਸ ਦੀ ਐਨਰੋਲਮੈਂਟ ਇਨਫ ਹੋ ਜਾਏਗੀ। ਇੱਕ ਤਾਂ ਉਹਦੇ ਵਿੱਚ ਰਜਿਸਟ੍ਰੇਸ਼ਨ ਇੰਨੀ ਤਾਂ ਨਹੀਂ ਜਾ ਰਹੀ, ਅਸੀਂ ਭੈਣ ਭਰਾਵਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਲਈ, ਹਿੰਦੀ ਸਿਖਾਉਣ
ਸਿਖਾਉਣ ਲਈ ਜਾਂ ਜਿਹੜੀ ਵੀ ਭਾਸ਼ਾ ਉਰਦੂ ਸਿਖਾਉਣਾ ਚਾਹੁੰਦੇ ਹੋ ਵੀ ਉਹਦੇ ਵਾਸਤੇ ਇਨਰੋਲ ਕਰੋ। ਅਤੇ ਦੂਸਰਾ ਹੈ ਜੀ ਕਬੱਡੀ ਵਾਸਤੇ ਅਸੀਂ ਮੈਂ ਹਾਈ ਲੈਵਲ 'ਤੇ ਮੀਟਿੰਗਸ ਕੀਤੀਆਂ ਹੋਈਆਂ ਵੀ ਅਸੀਂ ਜਿਹੜੀਆਂ ਇਹ ਸਕੂਲਾਂ ਦੇ ਵਿੱਚ ਵਾਰਡ 9-10 ਦੇ ਵਿੱਚ ਅਗਲੇ ਸਾਲ ਤੋਂ ਕੋਸ਼ਿਸ਼ ਕਰਾਂਗੇ ਵੀ ਬੱਚਿਆਂ ਦੀਆਂ ਟੀਮਾਂ ਬਣਨ, ਆਪਸ ਦੇ ਵਿੱਚ ਕਬੱਡੀ ਦੇ ਮੈਚ ਜਿਹੜੇ ਵੀ ਸਾਡੀ ਖੇਡ ਕਬੱਡੀ ਆ ਉਹਦੇ ਨਾਲ ਇੱਥੋਂ ਦੀ ਜਿਹੜੀ ਜੰਪਲ ਜਨਰੇਸ਼ਨ ਹੈ ਉਸ ਨੂੰ ਵੀ ਜੋੜਿਆ ਜਾਵੇ। ਸੋ ਕੀ ਉਮੀਦ ਕਰੀਏ ਕਿ ਅਗਲੇ ਸਾਲ ਫੈਡਰਲੀ ਜਾਂ ਪ੍ਰੋਵਿੰਸ਼ਲੀ ਅਤੇ ਜਾਂ ਸਿਟੀ ਵਾਈਜ਼ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਕੋਈ ਨਾ ਕੋਈ ਗ੍ਰਾਂਟਸ ਦੇਣ ਲਈ ਵੀ ਅੱਗੇ ਆਉਣਗੀਆਂ ਬਿਨਾਂ ਲੌਬੀ ਕੀਤੇ ਹੋਏ ਵੀ? ਦੇਖੋ ਜੀ ਵੀ ਇਹ ਕੋਸ਼ਿਸ਼ ਨਾ ਕਰਨ ਨਾਲੋਂ ਕੋਸ਼ਿਸ਼ ਕਰਦੇ ਰਹਿਣਾ ਜ਼ਰੂਰੀ ਆ, ਔਰ ਮੈਨੂੰ ਲੱਗਦਾ ਵੀ ਫੈਡਰਲ ਗਵਰਨਮੈਂਟ ਨੇ ਪਹਿਲਾਂ ਕਬੱਡੀ ਨੂੰ ਬਹੁਤ ਅੱਛਾ ਕੋਆਪਰੇਟ ਕੀਤਾ ਵੀ ਹੋਇਆ। ਜਿਹੜੀਆਂ ਪਾਕਿਸਤਾਨ ਦੀ ਸਾਰੀ ਟੀਮ ਆ ਜਾਂਦੀ ਹੁੰਦੀ ਸੀਗੀ, ਪੰਜਾਬ ਤੋਂ ਕਿੰਨੀਆਂ ਟੀਮਾਂ ਆਉਂਦੀਆਂ ਸੀ। ਇਸ ਵਾਰੀ 95 ਤੋਂ ਬਾਅਦ ਦੁਬਾਰਾ ਫਿਰ ਪੂਰੀ ਪਾਕਿਸਤਾਨ ਦੀ ਟੀਮ ਆ ਰਹੀ ਹੈ। ਸੋ ਇਸ ਕਰਕੇ ਲੱਗਦਾ ਵੀ ਸਾਡੀਆਂ ਜਿਹੜੀਆਂ ਕੋਆਰਡੀਨੇਟਡ ਐਫਰਟ ਆ ਕਿਤੇ ਨਾ ਕਿਤੇ ਉਹਨਾਂ ਦਾ ਅਸਰ ਪੈਂਦਾ ਜ਼ਰੂਰ ਆ, ਪਰ ਜੇ ਅਸੀਂ ਨਿਰਾਸ਼ ਹੋ ਕੇ ਕੋਸ਼ਿਸ਼ ਕਰਨੀ ਛੱਡ ਦਿਆਂਗੇ ਫਿਰ ਕੁਝ ਨਹੀਂ ਹੋਏਗਾ। ਬਹੁਤ ਮਿਹਰਬਾਨੀ ਜੌਲ ਸਾਹਿਬ, ਧੰਨਵਾਦ। ਕਾਫੀ ਵਿਸ਼ੇ ਦੇ ਆਪਾਂ ਟੱਚ ਕੀਤੇ ਅੱਜ, ਤੇ ਉਮੀਦ ਕਰਦੇ ਹਾਂ ਸਾਡੇ ਜਿਹੜੇ ਸੁਣਨ ਵਾਲੇ ਨੇ ਜਾਂ ਸਾਨੂੰ ਦੇਖਣ ਵਾਲੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਲਾਹਾ ਜ਼ਰੂਰ ਮਿਲੇਗਾ ਸਾਡੀ ਗੱਲਬਾਤ। ਥੈਂਕ ਯੂ ਜੀ ਗਿੱਲ ਸਾਹਿਬ ਜੀ, ਬਹੁਤ ਮਿਹਰਬਾਨੀ। ਧੰਨਵਾਦ ਕਰਦੇ ਹਾਂ ਸਾਰੇ ਸਰੋਤਿਆਂ ਦਰਸ਼ਕਾਂ ਦਾ। ਬੜੀ ਮਿਹਰਬਾਨੀ। ਸੋ ਦੋਸਤੋ, ਸਤਪਾਲ ਜੌਲ ਸਾਹਿਬ ਸਨ ਸਾਡੇ ਨਾਲ, ਤੇ ਸਕੂਲ ਬੋਰਡ ਟਰਸਟੀ ਨੇ ਵਾਰਡਸ 9 ਐਂਡ 10 ਤੋਂ, ਤੇ ਕਾਫੀ ਖੁਦ ਵੀ ਇਹਨਾਂ ਦੀ ਜਿਹੜੀ ਪਕੜ ਹੈ ਵੱਖ-ਵੱਖ ਵਿਸ਼ਿਆਂ ਦੇ ਉੱਪਰ ਉਹਦਾ ਵੀ ਅਸੀਂ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਹੋਰ ਵੀ ਇਹੋ ਜਿਹੇ ਪੁਆਇੰਟ ਹੋਣਗੇ ਜਿਹੜੇ ਅਜੇ ਕੀਤੇ ਜਾ ਸਕਦੇ ਨੇ, ਡਿਸਕਸ ਕੀਤੇ ਜਾ ਸਕਦੇ ਨੇ, ਕਹੇ ਜਾ ਸਕਦੇ ਨੇ, ਸਾਨੂੰ ਉਹਨਾਂ ਦੇ ਬਾਰੇ 'ਚ ਕੋਈ ਵਿਚਾਰ ਕੀਤੇ ਜਾ ਸਕਦੇ ਨੇ। ਆਉਣ ਵਾਲੇ ਦਿਨਾਂ ਲਈ ਦੁਬਾਰਾ ਫਿਰ ਉਹਨਾਂ ਦੇ ਉੱਤੇ ਗੱਲ ਕਰਾਂਗੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ।